ਗੁਰ ਰਾਮਦਾਸ ਰਾਖੋ ਸ਼ਰਣਾਈ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸੰਤ ਕੀ ਧੂਰ ਮਿਟੇ ਅਗ ਕੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਸੰਤ ਕੀ ਧੂਰ ਮਿਟੇ ਅਗ ਕੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਦ ਵਿੱਚ, ਗੁਰੂ ਪਿਆਰ ਸ਼ਰਧਾ ਸਤਿਕਾਰ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀਆਂ ਅਨੰਤ ਬਖਸ਼ਿਸ਼ਾਂ ਨਾਲ ਸ਼ਰਸ਼ਾਰ ਪਾਵਨ ਪਵਿੱਤਰ ਧਰਤੀ 'ਤੇ ਨਿਤਾ ਪ੍ਰਤੀ ਦੀ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਲਾਹੀ ਬਾਣੀ ਦੀਆਂ ਧੁਨੀਆਂ ਨਾਲ ਗੜੁੰਦ ਗੁਰੂ ਪ੍ਰੇਮ ਵਿੱਚ ਭਿੱਜੇ ਹੋਏ ਆਪਣੀ ਆਤਮਾ ਨੂੰ ਤਸਕੀਨ ਦੇ ਰਹੇ ਸਮੂਹ ਗੁਰਸਿੱਖ ਸਤਸੰਗੀ ਜਨੋ, ਆਓ ਜ਼ਿੰਦਗੀ ਦੇ ਕੁਝ ਪਲ ਸਫਲੇ ਕਰਦੇ ਹਾਂ। ਲੜੀਵਾਰ ਪਾਵਨ ਪਵਿੱਤਰ ਅੰਮ੍ਰਿਤ ਬਚਨ ਜੋ ਆਪ ਜੀਆਂ ਨੇ ਸਰਵਣ ਕੀਤਾ ਹੈ, ਇਸ ਦੀ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਹਿਰਦੇ ਵਿੱਚ ਯਾਦ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮਨ ਬਿਰਤੀਆਂ ਇਕਾਗਰ ਕਰਕੇ, ਸਾਵਧਾਨ ਹੋ ਕੇ, ਇਕਾਗਰ ਚਿੱਤ ਹੋ ਕੇ ਗੁਰੂ ਪ੍ਰੇਮ ਵਿੱਚ ਜੁੜਨ ਦਾ ਯਤਨ ਕਰੀਏ। ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਹੋਇਆ ਗੌੜੀ ਰਾਗ ਦੇ ਅੰਦਰ ਸੁਭਾਇਮਾਨ ਹੈ। ਸਤਿਗੁਰੂ ਜੀ ਅੰਮ੍ਰਿਤ ਬਚਨ ਵਿੱਚ ਸਾਨੂੰ ਇਹ ਸੋਝੀ ਪਾਉਂਦੇ ਹਨ। ਸੰਤ ਕੀ ਧੂਰ ਮਿਟੇ ਅਗ ਕੋਟ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਬਚਨ ਕਰਕੇ ਇਹ ਸਮਝਾਉਂਦੇ ਹੈ, ਸੰਤ ਦੀ ਧੂੜ ਮਿਲ ਜਾਵੇ, ਸਤਿਪੁਰਸ਼ ਦੀ ਧੂੜ ਮਿਲ ਜਾਵੇ ਤੇ ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਸਤਿਗੁਰੂ ਜੀ ਇਹ ਅੰਮ੍ਰਿਤ ਬਚਨ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਜੇ ਇਸ ਅੰਮ੍ਰਿਤ ਬਚਨ ਵਿੱਚ ਜਿਹੜਾ ਕੋਟ ਸ਼ਬਦ ਹੈ, ਕੋਟ ਸ਼ਬਦ ਕੱਕੇ ਨੂੰ ਹੋੜਾ ਤੇ ਟੈਂਕਾ ਵੀ ਆਇਆ ਹੈ। ਇੱਥੇ ਕੱਕੇ ਨੂੰ ਹੋੜਾ ਤੇ ਟੈਂਕੇ ਨੂੰ ਔਂਕੜ ਵੀ ਆਉਂਦਾ ਹੈ ਤੇ ਕੱਕੇ ਨੂੰ ਹੋੜਾ ਟੈਂਕੇ ਨੂੰ ਸਿਹਾਰੀ ਵੀ ਆਉਂਦਾ ਹੈ। ਜਦੋਂ ਸਾਹਿਬ ਦੇ ਅਸੀਂ ਦਰਸ਼ਨ ਕਰਦੇ ਗੁਰਬਾਣੀ ਵਿੱਚੋਂ ਕੱਕੇ ਨੂੰ ਹੋੜਾ ਟੈਂਕੇ ਨੂੰ ਸਿਹਾਰੀ ਆ ਜਾਵੇ, ਉਹਦਾ ਅਰਥ ਕਰੋੜ ਹੋਏਗਾ। ਇੱਥੇ ਕੱਕੇ ਨੂੰ ਹੋੜਾ ਤੇ ਟੈਂਕਾ ਹੈ। ਕੱਕੇ ਨੂੰ ਹੋੜਾ ਟੈਂਕਾ ਆ ਜਾਵੇ ਜਾਂ ਟੈਂਕੇ ਨੂੰ ਔਂਕੜ ਆ ਜਾਵੇ,
ਔਂਕੜ ਆਏਗਾ ਤੇ ਉਹ ਇੱਕ ਵਚਨ ਹੋਏਗਾ ਤੇ ਉਹਦਾ ਅਰਥ ਕਿਲਾ ਹੁੰਦਾ ਹੈ। ਔਰ ਜੇ ਟੈਂਕਾ ਮੁਕਤਾ ਆ ਜਾਵੇ ਤੇ ਇਹਦਾ ਅਰਥ ਕਿਲੇ ਹੋ ਜਾਏਗਾ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਅੰਮ੍ਰਿਤ ਬਚਨ ਵਿੱਚ ਸਮਝਾਉਂਦੇ ਨੇ ਕਿ ਜੀਵ ਦੇ ਕਰੋੜਾਂ ਪਾਪਾਂ ਦੇ ਕਿਲੇ ਜਿਹੜੇ ਬਣਾ ਕੇ ਵੱਡੀ ਬਿਲਡਿੰਗ ਦੇ ਅੰਦਰ ਬੈਠਾ ਹੋਇਆ ਹੈ, ਕਰੋੜਾਂ ਪਾਪਾਂ ਦੇ ਜਿਹੜੇ ਕਿਲੇ ਬਣੇ ਆ ਉਹਨਾਂ ਕਿਲਿਆਂ ਵਿੱਚ ਹੈ। ਤੇ ਉਹ ਜਿਹੜੇ ਕਰੋੜਾਂ ਪਾਪਾਂ ਦੇ ਕਿਲੇ ਨੇ ਜਿਹਨੇ ਆਪਣੇ ਚਾਰ ਦੀਵਾਰੀ ਪਾਪਾਂ ਦੀ ਕਰਕੇ ਬੈਠਾ ਹੋਇਆ ਹੈ, ਉਹ ਸਾਰੀ ਨਾਸ਼ ਹੋ ਜਾਂਦੀ ਜਦੋਂ ਸੱਤ ਪੁਰਸ਼ਾਂ ਦੀ, ਜਦੋਂ ਰੱਬ ਰੰਗੀਆਂ ਆਤਮਾਵਾਂ ਦੀ, ਜਦੋਂ ਪ੍ਰਮਾਤਮਾ ਨਾਲ ਇੱਕ ਮਿਕ ਹੋਈਆਂ ਰੂਹਾਂ ਦੀ ਸੰਗਤ ਮਿਲ ਜਾਵੇ। ਜਦੋਂ ਉਹਨਾਂ ਦੇ ਸੰਗਤ ਮਿਲਦੀ ਹੈ, ਸੱਤ ਪੁਰਸ਼ਾਂ ਦੀ ਸੰਗਤ ਵਿੱਚ ਜਾਂਦੇ ਆ ਤੇ ਉਹ ਕਿਲੇ ਸਾਰੇ ਤੈਸ਼ ਨੈਸ਼ ਹੋ ਜਾਂਦੇ ਆ, ਨੇਸ ਤੋਂ ਨਬੂਦ ਹੋ ਜਾਂਦੇ ਆ। ਸੱਤ ਪੁਰਸ਼ ਉਹ ਪਾਪਾਂ ਤੋਂ ਛੁਟਕਾਰਾ ਦਿਵਾ ਦਿੰਦੇ ਨੇ। ਇਤਿਹਾਸ ਦੇ ਅੰਦਰ ਇੱਕ ਸਾਖੀ ਆਉਂਦੀ ਹੈ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਪਾਤਸ਼ਾਹ, ਤਿਨਾਂ ਦੇ ਦਰ ਘਰ ਦੇ ਸੇਵਕ, ਸੇਵਾ ਨਿਭਾਉਣ ਵਾਲੀ ਰੂਹ, ਬੰਦਗੀ ਕਰਨ ਵਾਲੀ ਰੂਹ, ਇੱਕ ਦਿਨ ਆਪਣੇ ਖੇਤਾਂ ਵਿੱਚ ਖੇਤੀ ਕਰਕੇ, ਕਿਉਂਕਿ ਨਿਤਾ ਪ੍ਰਤੀ ਦਾ ਉਹਨਾਂ ਦਾ ਕਰਮ ਹੈ, ਉਸ ਸਿੱਖ ਦਾ, ਗੁਰੂ ਕੇ ਸਿੱਖ ਦਾ ਕਰਮ ਹੈ ਕਿ ਖੇਤੀ ਕਰਨੀ, ਖੇਤੀ ਕਰਕੇ ਸੇਵਾ ਕਰਨੀ, ਤੇ ਆਪ ਖੇਤਾਂ ਵਿੱਚ ਵੀ ਬੈਠ ਕੇ ਬੰਦਗੀ ਵਿੱਚ ਵਣ ਦੇ ਥੱਲੇ ਬੈਠ ਕੇ ਕਰਨ ਲੱਗ ਜਾਂਦੇ। ਔਰ ਉਸ ਸਿੱਖ ਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਗਤ ਮਿਲੀ ਤੇ ਇਹ ਸਿੱਖ ਹੈ ਭੈਣੀ ਪਿੰਡ ਦੇ ਰਹਿਣ ਵਾਲਾ। ਉਸ ਭੈਣੀ ਪਿੰਡ ਦੀ ਇੱਕ ਮਾਈ ਨੇ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਚੂਰੀ ਕੁੱਟ ਕੇ ਖਵਾਈ, ਜਿਸ ਤੋਂ ਨਾਂ ਚੋਲਾ ਸਾਹਿਬ ਪੈ ਗਿਆ। ਇਹ ਜਿਹੜਾ ਚੋਲਾ ਸਾਹਿਬ ਹੈ ਇਹਦਾ ਪਹਿਲਾ ਨਾਮ ਭੈਣੀ ਸੀਗਾ। ਭੈਣੀ ਦੇ ਰਹਿਣ ਵਾਲਾ ਉਹ ਗੁਰੂ ਕਾ ਸਿੱਖ ਆਪਣੇ ਖੇਤਾਂ ਵਿੱਚ ਵਣ ਦੇ ਥੱਲੇ ਬੈਠਾ ਹੋਇਆ ਬੰਦਗੀ ਕਰਦਾ ਹੈ। ਇੱਕ ਕੋਈ ਚੋਰ ਆਲੀ ਕਲਾਂ ਪਿੰਡ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ, ਉੱਥੋਂ ਮੱਝਾਂ ਖੋਲ੍ਹਦਾ ਹੈ। ਅੱਜ ਵੀ ਉੱਥੇ ਗੁਰਦੁਆਰਾ ਬਣਿਆ ਹੋਇਆ ਹੈ ਜਿੱਥੋਂ ਮੱਝਾਂ ਖੋਲ੍ਹਦਾ ਹੈ ਚੋਰ। ਤੇ ਮੱਝਾਂ ਖੋਲ੍ਹ ਕੇ ਜਦੋਂ ਉਹ ਦਰਿਆ ਨੂੰ, ਬਿਆਸ ਨੂੰ ਪਾਰ ਕਰਦਾ ਹੈ, ਪਿੱਛੇ ਵਾਰ ਲੱਗ ਜਾਂਦੀ ਹੈ ਤੇ ਉਸ ਵਾਰ ਤੋਂ ਬਚਣ ਲਈ ਮੱਝਾਂ ਨੂੰ ਉੱਥੇ ਛੱਪੜ ਵਿੱਚ ਵਾੜ ਦਿੰਦਾ ਹੈ। ਆਪ ਉਸ ਸਿੱਖ ਕੋਲ ਚਲਿਆ ਜਾਂਦਾ। ਸਿੱਖ ਦਾ ਨਾਂ ਹੈ ਭਾਈ ਅਦਲੀ ਜੀ। ਭਾਈ ਅਦਲੀ ਜੀ ਦੇ ਕੋਲ ਚਲਿਆ ਜਾਂਦਾ ਕਿ ਮੈਨੂੰ ਬਚਾ ਲਓ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਦੇ ਕੋਲ ਜਾਣ ਨਾਲ ਵਾਰ ਤੋਂ ਛੁਟਕਾਰਾ ਹੋ ਜਾਂਦਾ। ਔਰ ਇਹ ਵਾਰ ਤੋਂ ਛੁਟਕਾਰਾ ਹੋਣਾ ਤਾਂ ਇੱਕ ਪਾਸੇ ਰਿਹਾ, ਪਾਪਾਂ ਤੋਂ ਵੀ ਛੁਟਕਾਰਾ ਹੋ ਗਿਆ। ਜਿਹੜੀ ਚੋਰੀ ਕਰ ਕਰਕੇ ਆਪਣੇ ਦੁਆਲੇ ਕਿਲੇ ਬਣਾਈ ਜਾ ਰਿਹਾ ਸੀ, ਉਹ ਕਿਲੇ ਵੀ ਨੇਸ ਤੋਂ ਨਬੂਦ ਹੋ ਗਏ। ਉਸ ਦਿਨ ਤੋਂ ਉਹਨੇ ਪਾਪ ਕਰਨੇ, ਚੋਰੀ ਕਰਨੀ ਛੱਡ ਦਿੱਤੀ। ਇਹ ਗੱਲ ਵੱਖ ਹੈ। ਅਸੀਂ ਵੀ ਆਪਣੇ ਦੁਆਲੇ ਅਨੇਕਾਂ ਕਿਲੇ ਬਣਾਏ ਨੇ। ਅਸੀਂ ਵੀ ਰੋਜ਼ ਚੋਰੀ ਕਰੀ ਜਾਂਦੇ ਹਾਂ, ਠੱਗੀ ਮਾਰੀ ਜਾਂਦੇ ਹਾਂ, ਹੇਰਾ ਫੇਰੀ ਕਰੀ ਜਾਂਦੇ ਹਾਂ। ਗੁਰੂ ਦੇ ਸਿੱਖ ਨਹੀਂ ਬਣਦੇ। ਯਾਦ ਰੱਖੋ, ਜਦੋਂ ਅਸੀਂ ਗੁਰੂ ਦੇ ਸਿੱਖ ਬਣ ਜਾਈਏ, ਇਹ ਗੱਲ ਬਣਨੀ ਉਦੋਂ ਹੈ ਜਿਹੜਾ ਸਮਰਪਿਤ ਭਾਵ ਵਿੱਚ ਗੁਰੂ ਦੇ ਹੁਕਮ ਵਿੱਚ ਜ਼ਿੰਦਗੀ ਜੀਣ ਵਾਲਾ ਹੈ, ਜਿਹਨੇ ਗੁਰੂ ਨੂੰ ਸਮਰਪਿਤ ਕੀਤੀ ਹੋਈ ਆਤਮਾ ਹੈ। ਇਹ ਅੱਜ ਦੀ ਤਾਰੀਖ ਵਿੱਚ ਬਹੁਤਾਤ ਸਾਡੇ ਕੁਝ ਵੀਰ ਸੰਤ ਅੱਖਰ ਨਾਲ ਵੀ ਨਫ਼ਰਤ ਕਰਨ ਲੱਗੇ। ਸੰਤ ਹੁੰਦਾ ਹੀ ਨਹੀਂ ਹੈ, ਕਹਿੰਦੇ ਨਹੀਂ ਭਾਈ ਇੱਦਾਂ ਨਹੀਂ, ਸੰਤ ਹੈ। ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ। ਅਨੇਕਾਂ ਪ੍ਰਮਾਣ ਗੁਰਬਾਣੀ ਵਿੱਚੋਂ ਸਾਨੂੰ ਮਿਲਣਗੇ, ਪਰ ਉਹਦੀ ਇੱਕ ਕਿਰਦਾਰ ਹੈ, ਉਹਦਾ ਇੱਕ ਕਰੈਕਟਰ ਹੈ। ਉਹ ਕਰੈਕਟਰ ਕਿਹੜਾ ਹੈ ਉਹ ਅਸੀਂ ਅੱਗੇ ਗੁਰਬਾਣੀ ਵਿੱਚ ਸਮਝਣ ਦਾ ਯਤਨ ਕਰਾਂਗੇ। ਸਤਿਗੁਰੂ ਜੀ ਨੇ ਇਸ ਅੰਮ੍ਰਿਤ ਬਚਨ 'ਚ ਕੀ ਕਿਹਾ? ਸੰਤ ਕੀ ਧੂਰ ਮਿਟੇ ਅੱਗ ਕੋਟ। ਕਰੋੜਾਂ ਕਿਲੇ ਜਿਹੜੇ ਬਣੇ ਹੁੰਦੇ ਨੇ, ਜਿਹੜੇ ਕਈ ਤਰ੍ਹਾਂ ਦੇ ਕਿਲੇ ਬਣਾਏ ਨੇ ਪਾਪਾਂ ਦੇ ਆਪਣੇ ਦੁਆਲੇ, ਉਹਨਾਂ ਕਿਲਿਆਂ ਤੋਂ ਜਿਹੜਾ ਹੈ ਛੁਟਕਾਰਾ ਹੋ ਜਾਂਦਾ ਹੈ, ਉਹ ਨੇਸ ਤੋਂ ਨਬੂਦ ਹੋ ਜਾਂਦੇ ਹਨ। ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਸੰਤ ਦੀ ਕਿਰਪਾ ਦੁਆਰਾ ਹੁਣ ਇਸ ਨੂੰ ਆਪਾਂ ਹੋਰ ਸਮਝਣ ਦਾ ਯਤਨ ਕਰੀਏ ਕਿ ਸੰਤ ਕੌਣ ਹੈ। ਜਦ ਤੱਕ ਸਾਨੂੰ ਇਸ ਗੱਲ ਦੀ ਸਮਝ ਨਾ ਲੱਗੀ, ਅਸੀਂ ਭੁਲੇਖਾ ਜ਼ਰੂਰ ਖਾ ਜਾਵਾਂਗੇ। ਅਸੀਂ ਕਿਸੇ ਚੋਲੇ ਵਾਲੇ ਨੂੰ, ਕਿਸੇ ਡੇਰੇਦਾਰ ਨੂੰ, ਕਿਸੇ ਦੇ ਬਹੁਤੇ ਚੇਲਿਆਂ ਤੋਂ ਕਈ ਵਾਰ ਪ੍ਰਭਾਵਿਤ ਹੋ ਕੇ ਹੀ ਅਸੀਂ ਸੰਤ ਮੰਨ ਲੈਂਦੇ ਹਾਂ। ਕਿਸੇ ਬੰਦੇ ਦੇ ਅਸੀਂ ਬਹੁਤਾਤ ਉਹਦੇ
ਬਾਹਰ ਦੇ ਪਹਿਰਾਵੇ ਤੋਂ ਹੀ ਅਸੀਂ ਉਸ ਨੂੰ ਸੰਤ ਮੰਨ ਲੈਂਦੇ ਹਾਂ। ਕਈ ਵਾਰ ਉਹਦੀਆਂ ਗੱਡੀਆਂ, ਉਹਦੀ ਪਹੁੰਚ ਕਈ ਵਾਰ ਬਹੁਤ ਦੂਰ ਦੂਰ ਤੱਕ ਹੁੰਦੀ ਹੈ। ਇਹਦੀ ਬੜੀ ਸਰਕਾਰੇ ਦਰਬਾਰੇ ਚੱਲਦੀ ਹੈ, ਅਸੀਂ ਸਰਕਾਰੇ ਦਰਬਾਰੇ ਚੱਲਣ ਵਾਲੇ ਨੂੰ ਸੰਤ ਮੰਨ ਲੈਂਦੇ ਹਾਂ। ਇੱਦਾਂ ਦਾ ਭੁਲੇਖਾ ਖਾ ਜਾਂਦੇ, ਜਿਹਦੇ ਕੋਲ ਬਹੁਤੇ ਡੇਰੇ ਹੋਣ, ਜਿਹਦੇ ਕੋਲ ਬਹੁਤੀਆਂ ਗੱਡੀਆਂ ਹੋਣ, ਜਿਹਦੇ ਕੋਲ ਬਹੁਤੇ ਚੇਲੇ ਹੋਣ, ਜਿਹਦੇ ਕਈ ਤਰ੍ਹਾਂ ਦੇ ਬਾਹਰ ਦੇ ਭੇਖ ਧਾਰਨ ਕੀਤੇ ਹੋਣ, ਅਸੀਂ ਉਸ ਭੇਖ ਨੂੰ ਦੇਖ ਕੇ ਹੀ ਸੰਤ ਸਮਝ ਜਾਂਦੇ ਹਾਂ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਵਿੱਚ ਸਾਨੂੰ ਕੀ ਸਮਝਾਇਆ? ਕਹਿਣ ਲੱਗੇ ਸੰਤ ਪ੍ਰਸਾਦ। ਸੰਤ ਕੌਣ ਹੈ? ਸੰਤ ਉਹ ਹੈ ਜਿਸ ਦੀ ਕਿਰਪਾ ਦੁਆਰਾ, ਜਿਸ ਦੀ ਕਿਰਪਾ ਰਾਹੀਂ ਜਨਮ ਮਰਨ ਤੇ ਛੋਟ, ਜੰਮਣ ਤੇ ਮਰਨ ਤੋਂ ਛੁਟਕਾਰਾ ਮਿਲ ਜਾਵੇ। ਯਾਦ ਰੱਖੋ, ਅਜਿਹੇ ਸੰਤ ਦੀ ਗੱਲ ਇੱਕ ਮਹਾਨ ਸ਼ਖਸੀਅਤ ਨੇ ਆਪਣੀ ਗੁਰਬਾਣੀ ਦੇ ਅੰਦਰ ਗੱਲ ਕੀਤੀ, ਆਪਣੀ ਬਾਣੀ ਦੇ ਅੰਦਰ ਇਹ ਸਮਝਾਇਆ। ਸਤਿਗੁਰੂ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੁੰਦਾ ਹੈ। ਹਾਜ਼ਰ ਹੋ ਕੇ ਕਈ ਕਹਿੰਦਾ ਹੈ, ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਰਹਿਓ ਸੰਤ ਹਉ ਟੋਲ, ਸਾਧ ਬਹੁਤ ਤੇਰੇ ਡਿੱਠੇ। ਕਹਿੰਦੇ ਮੈਂ ਬੜੇ ਸਾਧ ਦੇਖੇ ਇਸ ਸੰਸਾਰ ਦੇ ਅੰਦਰ, ਜਿਨ੍ਹਾਂ ਨੇ ਬਾਹਰ ਦੇ ਭੇਖ ਧਾਰਨ ਕੀਤੇ ਹੋਏ ਸਨ। ਕਿਹੜੇ ਕਿਹੜੇ ਕੌਣ ਸੰਤ ਡਿੱਠੇ? ਕਹਿੰਦੇ ਸੰਨਿਆਸੀ, ਤਪੱਸਿਆ, ਮੁਖੋਂ ਇਹ ਪੰਡਤ ਮਿੱਠੇ। ਕਈ ਤਰ੍ਹਾਂ ਦੇ ਸੰਨਿਆਸ ਧਾਰਨ ਕਰਨ ਵਾਲੇ, ਕਈ ਤਰ੍ਹਾਂ ਦੇ ਤਪ ਸਾਧਨਾ ਕਰਨ ਵਾਲੇ, ਕਈ ਤਰ੍ਹਾਂ ਤੇ ਜ਼ਬਾਨ ਤੋਂ ਮਿੱਠੇ ਬੋਲ ਬੋਲਣ ਵਾਲੇ ਵੀ ਮੈਂ ਦੇਖੇ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਮੈਂ ਇਸ ਤਰ੍ਹਾਂ ਦੇ ਲੋਕ ਦੇਖੇ। ਕਹਿੰਦੇ ਇੱਕ ਦਿਨ ਨਹੀਂ ਦੇਖੇ, ਮੈਂ 2 ਦਿਨ ਨਹੀਂ ਦੇਖੇ, ਮੈਂ 10 ਦਿਨ ਜਾਂ ਮਹੀਨਾ ਨਹੀਂ ਦੇਖੇ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਬਰਸ ਏਕ ਹਉ ਫਿਰਿਓ। ਕਹਿੰਦੇ ਮੈਂ 1 ਸਾਲ ਘੁੰਮਦਾ ਰਿਹਾ, 1 ਸਾਲ ਇਹ ਮੈਂ ਦੇਖਦਾ ਰਿਹਾ, ਬਰਸ ਏਕ ਹਉ ਫਿਰਿਓ। ਸਤਿਗੁਰੂ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ, 1 ਸਾਲ ਮੈਂ ਇਹ ਦੇਖਦਾ ਕੀਤਾ। ਵੱਖ ਵੱਖ ਤਰ੍ਹਾਂ ਦੇ ਤਪੱਸਵੀ ਦੇਖੇ, ਬਾਹਰ ਦੇ ਭੇਖ ਵਾਲੇ ਦੇਖੇ, ਪਰ ਕਹਿੰਦੇ ਕਿਸੇ ਤੋਂ ਇਹ ਜਿਹੜੀ ਸੀ ਮੇਰੀ ਨਿਸ਼ਚਾ ਨਹੀਂ ਹੋ ਸਕੀ, ਮੇਰੀ ਤਸੱਲੀ ਨਹੀਂ ਹੋ ਸਕੀ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀਓ, ਮੈਂ ਬਹੁਤ ਭਟਕੇ ਦੇਖਿਆ ਹੈ। ਕਈ ਤਰ੍ਹਾਂ ਦੇ ਉਹਨਾਂ ਦੀ ਜਦੋਂ ਮੈਂ ਦੇਖਿਆ ਕਿ ਉਹਨਾਂ ਦੀ ਹਾਲਤ ਦੇਖੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਰਨੀ ਹੋਰ ਹੈ ਪਰ ਉਹਨਾਂ ਦੀ ਕਹਿਣੀ ਹੋਰ ਹੈ। ਕਹਿਣੀ ਤੇ ਕਰਨੀ ਦਾ ਅੰਤਰ ਹੈ। ਜਿਹਦੀ ਕਹਿਣੀ ਤੇ ਕਰਨੀ ਦਾ ਅੰਤਰ ਆ ਜਾਵੇ, ਉਹ ਕਿਵੇਂ ਸੰਤ ਹੋ ਸਕਦਾ ਹੈ? ਉਹ ਤੇ ਕੇਵਲ ਭੇਖ ਦਾ ਹੀ ਹੋ ਸਕਦਾ ਹੈ। ਕਹਿੰਦੇ ਹਰ ਅਖੀਰ ਤੇ ਕਹਿੰਦੇ ਨੇ, ਕਹਿੰਦੇ ਹਰ ਨਾਮ ਛੋੜ ਦੂਜੇ ਲੱਗੇ। ਕਹਿੰਦੇ ਜਦੋਂ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਉਹ ਦੂਜੇ ਪਾਸੇ ਮੋਹ ਮਾਇਆ ਵਿੱਚ ਉਹ ਵੀ ਉਸੇ ਤਰ੍ਹਾਂ ਗ੍ਰਸੇ ਜਿਵੇਂ ਆਮ ਮਨੁੱਖ ਹੈ। ਉਹਦੀ ਵੀ ਪਕੜ ਧਨ ਦੇ ਨਾਲ ਹੈ, ਉਹਦੀ ਵੀ ਪਕੜ ਇਸੇ ਤਰ੍ਹਾਂ ਮੋਹ ਦੇ ਵਿੱਚ ਫਸੇ ਨੇ, ਚਿੱਕੜ ਵਿੱਚ ਫਸੇ, ਜਿਸ ਚਿੱਕੜ ਵਿੱਚ ਸਾਰਾ ਸੰਸਾਰ ਖੁੱਭਿਆ ਪਿਆ ਹੈ। ਤੇ ਕਹਿੰਦੇ ਤਿਨਕੇ ਗੁਣ ਹੋਂ ਕਿਆ ਕਹੋਂ। ਸਤਿਗੁਰੂ ਧੰਨ ਗੁਰੂ ਅਮਰਦਾਸ ਜੀ, ਉਹਨਾਂ ਦੇ ਮੈਂ ਗੁਣ ਕੀ ਦੱਸਾਂ, ਕਿ ਉਹਨਾਂ ਦੀਆਂ ਕੀ ਮੈਂ ਆਦਤਾਂ ਨੂੰ ਬਿਆਨ ਕਰਾਂ। ਪਰ ਇੱਕ ਜਿਹੜੀ ਕਿਰਪਾ ਤੁਸੀਂ ਮੇਰੇ ਤੇ ਕੀਤੀ, ਗੁਰ ਦਈ ਮਿਲਾਇਓ ਭਿਖਿਆ। ਭਗਤ ਭੱਟ ਸਾਹਿਬਾਨ, ਭੱਟ ਭਿੱਖਾ ਜੀ ਕਹਿੰਦੇ ਆ, ਮੇਰੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਕਿਰਪਾ ਕੀਤੀ, ਮੇਰੀ ਆਤਮਾ ਨੂੰ ਪ੍ਰਮਾਤਮਾ ਦੇ ਨਾਲ ਮਿਲਾ ਦਿੱਤਾ। ਜਿਹਦਾ ਆਤਮਾ ਪ੍ਰਮਾਤਮਾ ਨੂੰ ਮਿਲਾ ਦੇਵੇ, ਉਹਨੂੰ ਸੰਤ ਕਿਹਾ ਜਾ ਸਕਦਾ ਹੈ। ਉਹਨੂੰ ਹੀ ਅਸੀਂ, ਉਹ ਸੰਤ ਕਿਹੜਾ ਹੋ ਸਕਦਾ ਹੈ? ਉਹ ਕੇਵਲ ਹੀ ਆਤਮਾ ਤੇ ਪ੍ਰਮਾਤਮਾ ਨੂੰ ਮਿਲਾਉਣ ਵਾਲਾ ਤੇ ਫਿਰ ਗੁਰੂ ਹੀ ਹੋ ਸਕਦਾ ਨਾ। ਉਹ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵਰਗਾ ਹੀ ਹੋ ਸਕਦਾ ਨਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵਰਗੇ ਇੱਥੇ ਜਿਹੜਾ ਸੰਤ ਦਾ ਅਰਥ ਫਿਰ ਬਣੇਗਾ, ਆਪਾਂ ਗੁਰੂ ਵੀ ਕਰਾਂਗੇ। ਸੰਤ ਦਾ ਅਰਥ ਗੁਰੂ ਕਰਾਂਗੇ ਕਿ ਜਿਨ੍ਹਾਂ ਨੇ ਆਤਮਾ ਨੂੰ ਪ੍ਰਮਾਤਮਾ ਦੇ ਨਾਲ ਜੋੜ ਦਿੱਤਾ। ਜਿਸ ਗੁਰੂ ਦੀ ਆਪਾਂ ਰੋਜ਼ ਨਿਤਾ ਪ੍ਰਤੀ ਮੂਲ ਮੰਤਰ ਵਿੱਚ ਵੀ ਪੜ੍ਹਦੇ ਹਾਂ ਜੀ, ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਕਿਰਪਾ ਰਾਹੀਂ ਹੀ ਕੀ ਹੁੰਦਾ ਹੈ? ਇੱਕ ਓੰਕਾਰ, ਉਹ ਜਿਹੜਾ ਪ੍ਰਮਾਤਮਾ ਇੱਕ ਹੈ, ਜਿਹੜਾ ਪ੍ਰਮਾਤਮਾ ਸਤਨਾਮ, ਜਿਹਦਾ ਨਾਮ ਸਦੀਵ ਇੱਥੇ ਰਹਿਣ ਵਾਲਾ ਹੈ, ਜਿਹੜਾ ਕਰਤਾ ਪੁਰਖ ਹੈ, ਸ੍ਰਿਸ਼ਟੀ ਦਾ ਸਿਰਜਣਹਾਰ ਹੈ। ਤੇ ਉਹ ਜਿਹੜਾ ਪ੍ਰਮਾਤਮਾ ਸ੍ਰਿਸ਼ਟੀ ਦਾ ਸਿਰਜਣਹਾਰ ਨਿਰਭਉ ਤੇ ਨਿਰਵੈਰ ਹੈ, ਜਿਹੜਾ ਜੰਮਦਾ ਤੇ ਮਰਦਾ ਨਹੀਂ, ਜਿਹੜਾ ਪ੍ਰਮਾਤਮਾ ਤੇ ਸਮੇਂ ਦਾ ਕੋਈ ਅਸਰ ਨਹੀਂ, ਜਿਹਦੀ ਹੋਂਦ ਆਪਣੇ ਆਪ ਤੋਂ ਉਹਦੇ ਨਾਲ ਜਿਹੜਾ ਮਿਲਾਪ ਹੁੰਦਾ ਹੈ, ਉਹ ਗੁਰੂ ਦੀ ਕਿਰਪਾ ਦੁਆਰਾ ਹੀ ਹੋਏਗਾ ਨਾ। ਸਤਿਗੁਰੂ ਜੀ ਕੀ ਕਹਿੰਦੇ ਹੈ? ਜਨਮ ਤੇ ਮਰਨ ਤੋਂ ਜਿਹੜੀ ਹੈ ਉਹ ਮੁਕਤੀ ਮਿਲ ਜਾਂਦੀ ਹੈ ਭਾਈ। ਜਿਨ੍ਹਾਂ ਨੇ
ਹਰ ਕੇ ਸੰਤ ਜਿਹੜੇ ਹੁੰਦੇ ਹੈ, ਸਤਿਗੁਰੂ ਜੀ ਨੇ ਬਾਣੀ 'ਚ ਦੱਸਿਆ ਹੈ ਕਿ ਜਿਹੜੇ ਨਹੀਂ ਹੈ ਉਹਨਾਂ ਦੇ ਬਾਰੇ ਵੀ ਦੱਸਿਆ ਹੈ। ਕਹਿੰਦੇ ਆ ਕਿ ਜਿਨ੍ਹਾਂ ਨੇ ਭੇਖ ਧਾਰਨ ਕੀਤਾ ਹੋਵੇ, ਸਾਡੇ ਤ੍ਰੈ ਧੋਤੀਆਂ ਤੇਰੇ ਪੈਰਨ ਤੱਗ, ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਿਬੱਗ, ਉਹ ਹਰ ਕੇ ਸੰਤ ਨਾਖੇ ਬਨਾਰਸ ਕੇ ਠੱਗ। ਉਹਨਾਂ ਨੂੰ ਬਨਾਰਸੀ ਠੱਗ ਕਹਿ ਲੈਣਾ ਚਾਹੀਦਾ ਹੈ ਜਿਨ੍ਹਾਂ ਦੇ ਨੇ ਕੇਵਲ ਬਾਹਰ ਦਾ ਭੇਖ ਧਾਰਨ ਕੀਤਾ ਹੋਵੇ, ਪਰ ਜਿਹੜੇ ਆਤਮਾ ਨੂੰ ਪਰਮਾਤਮਾ ਨਾਲ ਮੇਲਦੇ ਹੋਣ, ਜਿਹੜੇ ਨਾ ਇਹ ਦੇਖਣ ਕਿ ਇਹ ਕਿਹੜੇ ਦੇਸ਼ ਦੇ ਰਹਿਣ ਵਾਲਾ, ਕਿਹੜੀ ਜਾਤ ਨਾਲ ਸੰਬੰਧ ਰੱਖਦਾ ਹੈ, ਇਹ ਗਰੀਬ ਹੈ ਕਿ ਅਮੀਰ ਹੈ, ਇਹ ਰਾਜਾ ਹੈ ਕਿ ਭਿਖਾਰੀ ਹੈ। ਨਹੀਂ ਤੇ ਬਹੁਤੇ ਤੇ ਜਿਹੜੇ ਭੇਖੀ ਸੰਤ ਹੁੰਦੇ ਨਾ, ਉਹਨਾਂ ਦਾ ਰਾਜੇ ਵਾਸਤੇ ਬਿਹੇਵੀਅਰ ਹੋਰ ਹੈ ਤੇ ਭਿਖਾਰੀ ਵਾਸਤੇ ਹੋਰ ਹੈ, ਆਮ ਬੰਦੇ ਵਾਸਤੇ ਹੋਰ ਹੈ। ਪਰ ਜਿਹੜਾ ਅਸਲ ਸੰਤ ਹੈ ਉਹ ਤਾਂ ਸਾਰਿਆਂ ਵਾਸਤੇ ਇੱਕੋ ਜਿਹਾ ਹੀ ਚੱਲੇਗਾ ਨਾ। ਉਹਦੇ ਵਾਸਤੇ ਤੇ ਕੋਈ ਉਹਦੇ ਕੋਲ ਰਾਜਾ ਆ ਜਾਵੇ, ਕੋਈ ਭਿਖਾਰੀ ਆ ਜਾਵੇ, ਕੋਈ ਗਰੀਬ ਆ ਜਾਵੇ, ਕੋਈ ਅਮੀਰ ਆ ਜਾਵੇ, ਕਿਸੇ ਜਾਤ ਨਾਲ ਸੰਬੰਧ ਰੱਖਣ ਵਾਲਾ ਆ ਜਾਵੇ, ਫਿਰ ਉਹ ਸਾਰਿਆਂ ਦਾ ਹੀ ਭਲਾ ਕਰ ਦਿੰਦਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਹੈ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਜਨਮ ਤੇ ਮਰਨ ਤੋਂ ਮੁਕਤੀ ਮਿਲ ਜਾਂਦੀ ਹੈ, ਜੰਮਣ ਮਰਨਾ ਮੁੱਕ ਜਾਂਦਾ ਹੈ। ਤੇ ਇਹ ਕੇਵਲ ਤੇ ਕੇਵਲ ਸਤਿਗੁਰੂ ਜੀ ਦੀ ਬਾਣੀ ਹੈ ਨਾ ਜਿਹੜੀ ਸਾਨੂੰ ਮੁਕਤੀ ਦਿਵਾਉਂਦੀ ਹੈ। ਆਪ ਮੁਕਤ ਕਰੈ ਸੰਸਾਰ, ਜਿਹੜਾ ਆਪ ਮੁਕਤ ਹੋਵੇ ਤੇ ਸੰਸਾਰ ਨੂੰ ਮੁਕਤੀ ਦੇਣ ਦੇ ਸਮਰੱਥ ਹੋਵੇ, ਉਹੀ ਜਿਹੜਾ ਹੈ ਉਹ ਅਸਲ ਸੰਤ ਹੈ। ਉਹਨੂੰ ਫਿਰ ਆਪਾਂ ਗੁਰੂ ਕਹਿ ਸਕਦੇ ਹਾਂ। ਗੁਰੂ ਹੈ ਜਿਹੜਾ ਸਾਨੂੰ ਆਪ ਮੁਕਤ ਹੈ ਤੇ ਸਾਨੂੰ ਸੰਸਾਰ ਨੂੰ ਮੁਕਤੀ ਦੇਣ ਦੇ ਸਮਰੱਥ ਹੈ। ਸੰਤ ਕਾ ਦਰਸ਼ ਪੂਰਨ ਇਸ਼ਨਾਨ। ਇਹ ਪੂਰਨ ਤੋਂ ਲੱਗਦਾ ਕਿ ਕੋਈ ਹੋਰ ਇਸ਼ਨਾਨ ਵੀ ਹੋਏਗਾ। ਇਹਦਾ ਮਤਲਬ ਕਿ ਕੁਛ ਇਸ਼ਨਾਨ ਹੈ ਜਿਹੜਾ ਸੰਸਾਰ ਕਰਦਾ ਹੈ, ਜਿਹੜਾ ਅਸੀਂ ਬਾਹਰ ਦਾ ਨਹਾਉਣਾ ਕਰਦੇ ਹਾਂ ਉਹਨੂੰ ਵੀ ਇਸ਼ਨਾਨ ਕਰਦੇ ਹਾਂ। ਅਸੀਂ ਵੱਖ-ਵੱਖ ਧਾਰਮਿਕ ਅਸਥਾਨਾਂ 'ਤੇ ਜਾ ਕੇ ਇਸ਼ਨਾਨ ਕਰਦੇ ਹਾਂ, ਤੀਰਥ ਯਾਤਰਾਵਾਂ ਕਰਦੇ ਹਾਂ। ਪਰ ਜੇ ਕੋਈ ਬਾਹਰ ਦਾ ਇਸ਼ਨਾਨ ਧਾਰਮਿਕ ਅਸਥਾਨ 'ਤੇ ਜਾਵੇ ਤੇ ਸਰੀਰਕ ਤੌਰ 'ਤੇ ਇਸ਼ਨਾਨ ਕਰ ਆਵੇ, ਪਰ ਉੱਥੇ ਸਤਿਪੁਰਸ਼ਾਂ ਦਾ ਉਪਦੇਸ਼ ਨਾ ਲਵੇ, ਤੇ ਫਿਰ ਉਹ ਮੁਕਤ ਕਿਵੇਂ ਹੋ ਸਕਦਾ ਹੈ? ਮੁਕਤ ਤੇ ਤਾਂ ਹੀ ਹੋਏਗਾ ਗੁਰੂ ਦਾ ਉਪਦੇਸ਼। ਸਤਿਪੁਰਸ਼ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਤੇ ਗਏ, ਜਿਸ ਤੀਰਥ 'ਤੇ ਗਏ ਆ, ਉੱਥੋਂ ਦੇ ਤੀਰਥ ਦਾ ਇਤਿਹਾਸ ਜਾਣਿਆ ਜਾਵੇ ਤੇ ਉੱਥੇ ਗੁਰੂ ਕੇ ਹੁਕਮਨਾਮੇ ਨੂੰ ਸਰਵਣ ਕੀਤਾ ਜਾਵੇ, ਬਾਣੀ ਨੂੰ ਪੜ੍ਹਿਆ ਜਾਵੇ, ਹਿਰਦੇ ਵਿੱਚ ਵਸਾਇਆ ਜਾਵੇ, ਤਾਂ ਹੀ ਤਾਂ ਮੁਕਤ ਹੋਵੇਗਾ ਨਾ। ਇਹ ਬਾਹਰ ਦਾ ਇਸ਼ਨਾਨ ਤੇ ਬਹੁਤਾਤ ਸੰਸਾਰ ਕਰ ਰਿਹਾ ਹੈ, ਲੇਕਿਨ ਆਤਮਾ ਦਾ ਇਸ਼ਨਾਨ ਨਹੀਂ ਕਰਦਾ। ਸਤਿਗੁਰੂ ਜੀ ਨੇ ਇੱਥੇ ਜਿਹੜਾ ਸਮਝਾਉਣਾ ਕੀਤਾ ਹੈ ਕਿ ਪੂਰਨ ਇਸ਼ਨਾਨ ਤਾਂ ਹੈ ਜੇ ਉਹ ਆਪਣੀ ਆਤਮਾ ਦਾ ਇਸ਼ਨਾਨ ਵੀ ਕਰੇ। ਆਤਮਾ ਦੇ ਅੰਦਰ ਉਸੇ ਦੀ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਵੇਂ ਲੈ ਕੇ ਗਿਆ ਉਵੇਂ ਹੀ ਲੈ ਕੇ ਘਰ ਨੂੰ ਆ ਗਿਆ। ਆਤਮਾ ਦੇ ਅੰਦਰ ਤੇ ਜਿਉਂ ਦੀ ਤਿਉਂ ਮੈਲ ਲੱਗੀ ਰਹਿ ਗਈ, ਫਿਰ ਉਹਦਾ ਇਸ਼ਨਾਨ ਕਿਵੇਂ ਮੰਨਿਆ ਜਾਏਗਾ? ਇਸ ਕਰਕੇ ਸਤਿਗੁਰੂ ਜੀ ਨੇ ਇੱਥੇ ਜਿਹੜੇ ਇਸ਼ਨਾਨ ਦੀ ਗੱਲ ਕੀਤੀ, ਆਤਮਿਕ ਇਸ਼ਨਾਨ ਦੀ ਗੱਲ ਕੀਤੀ ਹੈ ਕਿ ਕੇਵਲ ਬਾਹਰ ਦੇ ਇਸ਼ਨਾਨ ਦੀ ਗੱਲ ਨਹੀਂ। ਪੂਰਨ ਇਸ਼ਨਾਨ ਉਦੋਂ ਹੋਏਗਾ ਜਦੋਂ ਤੇਰੇ ਅੰਦਰੋਂ ਜਿਹੜੇ ਵਿਕਾਰ ਨੇ, ਜਿਹੜੇ ਤੈਨੂੰ ਦੁਖੀ ਕਰਦੇ ਨੇ, ਜਿਨ੍ਹਾਂ ਨੇ ਤੇਰੀ ਜ਼ਿੰਦਗੀ ਨੂੰ ਬੇਚੈਨ ਕਰਕੇ ਰੱਖਿਆ ਹੋਇਆ ਹੈ, ਉਹਨਾਂ ਨੂੰ ਜਿਹੜਾ ਹੈ ਟਿਕਾਓ ਮਿਲ ਜਾਵੇ। ਤੇਰੇ ਅੰਦਰ ਦੇ ਵਿਕਾਰ ਜਿਹੜੇ ਉਹ ਨੇਸਤੋ ਨਬੂਦ ਹੋ ਜਾਣ, ਤੇਰੇ ਅੰਦਰ ਦੀਆਂ ਵਾਸ਼ਨਾਵਾਂ ਖਤਮ ਹੋ ਜਾਣ, ਤੇਰੇ ਅੰਦਰ ਕੇਵਲ ਆਨੰਦ ਦੀ ਜਿਹੜੀ ਰੌਂ ਹੈ ਉਹ ਚੱਲ ਪਵੇ। ਜੇ ਇਹ ਰੌਂ ਕਿਵੇਂ ਚੱਲੇਗੀ? ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇਹ ਉਹ ਆਨੰਦ ਤੇ ਪ੍ਰਾਪਤ ਫਿਰ ਗੁਰੂ ਕੋਲੋਂ ਹੀ ਹੋਵੇਗਾ ਨਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਭਾਈ ਸੰਤ ਕਾ ਜਿਹੜਾ ਦਰਸ਼ਨ ਹੈ ਨਾ ਜੀ, ਉਹ ਪੂਰਨ ਇਸ਼ਨਾਨ ਹੈ। ਕਿਵੇਂ ਪੂਰਨ ਇਸ਼ਨਾਨ ਹੈ? ਜੋ ਗੁਰੂ ਉਪਦੇਸ਼ ਦਿੰਦਾ ਹੈ, ਸਤਿਪੁਰਸ਼ ਜਿਹੜਾ ਉਹ ਉਪਦੇਸ਼ ਦਿੰਦਾ ਹੈ। ਉਹ ਉਪਦੇਸ਼ ਨਹੀਂ ਦਿੰਦਾ ਜਿਹਦੇ ਨਾਲ ਸੰਤ ਨੂੰ ਲਾਭ ਹੋਵੇ, ਉਹ ਉਪਦੇਸ਼ ਨਹੀਂ ਦਿੰਦਾ ਜੋ ਉਹ ਚਾਹੁੰਦਾ ਹੋਵੇ। ਉਪਦੇਸ਼ ਉਹ ਦਿੰਦਾ ਜੋ ਪਰਮਾਤਮਾ ਦੇ ਹੁਕਮ ਵਿੱਚ ਹੋਵੇ। ਉਪਦੇਸ਼ ਉਹ ਦਿੰਦਾ ਜਿਸ ਉਪਦੇਸ਼ ਦੇ ਨਾਲ ਉਹਦੀ ਆਤਮਾ ਤੋਂ ਮੈਲ ਖਤਮ ਹੋ ਜਾਵੇ, ਉਹ ਜਿਸ ਦੇ ਨਾਲ ਉਹਦੀ ਆਤਮਾ ਨੂੰ ਸ਼ਾਂਤੀ ਮਿਲ ਜਾਵੇ, ਆਤਮਾ ਨੂੰ ਟਿਕਾਓ ਤੇ ਚੈਨ ਮਿਲ ਜਾਵੇ, ਉਹ ਉਪਦੇਸ਼ ਦਿੰਦਾ ਹੈ। ਤੇ ਉਸ ਉਪਦੇਸ਼ ਨਾਲ ਹੀ ਉਹਦਾ ਜਿਹੜਾ ਹੈ, ਜਿਹਨੂੰ ਅਸੀਂ ਸੰਪੂਰਨ, ਜਿਹਨੂੰ ਪੂਰਾ ਇਸ਼ਨਾਨ ਕਹਿ ਸਕਦੇ ਹਾਂ। ਸੰਤ ਕਿਰਪਾ ਤੇ ਜਪਿਆ ਨਾਮ। ਜਿਹੜੇ ਸਤਿਗੁਰੂ ਜੀ ਦੀ ਆਪਾਂ ਬਾਣੀ ਪੜ੍ਹਦੇ ਹਾਂ ਕਿ ਸੇਵਾ ਦੇ ਲਾਇਕ ਜਿਹੜੇ ਨੇ
ਉਹ ਦੋ ਨੇ, ਇੱਕ परमात्मा ਤੇ ਇੱਕ संत। ਤੇ ਜਿਹੜਾ परमात्मा है ਉਹ मुक्ति ਦਾ दाता है, ਤੇ ਜਿਹੜਾ संत है ਉਹ जीव ਨੂੰ नाम जपाਉਂਦਾ है। ਉਹ ਕੀ ਕਹਿੰਦਾ है? ਉਹ ਕਹਿੰਦਾ आखो वाहिगुरु 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 वाहिगुरु। संत ने केवल परमात्मा की गल करनी ते परमात्मा दे नाम की गल करनी, जिस नाम दे नाल उहदे अंदर जिहड़ी है, जिहड़ी असल च अंदर की गल बननी है, अंदर ने धुपना है, अंदर की मैल लथनी है। तीर्थ नहावन जाओ तीर्थ नाम है। ते सतगुरु सच्चे पातशाह जी ने सानू समझाउणा कीता कि संत कृपा ते जपिए नाम भाई। सत पुरुषां दी संगत विचों दात जिहड़ी मिलदी है ना, असीं कहने कि संत जी को गए, संत जी ने सानू कार दे दित्ती, धीआं पुत्तर दे दित्ते, क्योंकि असीं दातां विच उलझ के रह जांदे हां ते उसे ही मोह माया चों जिहदे चों निकलना उसे विच ग्रसे जांदे हां। लेकिन असल विच संत ने वो दात देनी है, नाम की दात देनी है, जिहड़ी दात दे नाल अंदर की गल बननी है ते उहनूं जपण की प्रेरणा करनी है। संत दे कोल बैठण नाल यही लाभ होना है कि आत्मा ने अंदर परमात्मा का नाम, शरीर नूं खुराक की लोड़ है, शरीर नूं भोजन की लोड़ है, लेकिन आत्मा नूं ते भजन की लोड़ है, बंदगी की लोड़ है। जे आत्मा दे अंदर परमात्मा की बंदगी होवेगी ते तां गल बनेगी, आत्मा बलवान तां होवेगी। ये संसार समुंदर दे विचों तां जिहड़ा है, नहीं तो मनुख गोते खाई जांदा है ना। जिद्दां बाहर दा समुंदर है उहदे चों पार लगना बहुत कठिन है, इसे तरह ये संसार समुंदर दे विच जिहड़ियां छल्लां आउंदियां ने ना जी, माया दियां छल्लां जिहड़ियां वो अपनी लपेट विच लै लैंदियां ने। बचदा वो है जिहदे अंदर परमात्मा की बंदगी टिकी होवे, जिन्हें परमात्मा के हुक्म नूं अपनी लाइफ का पार्ट बनाया होवे। ते वो संत का सुभाव ये है कि वो कहता है कि तुसी तुहाडा जीवन किवें होएगा, हुक्म रजाई चलना नानक लिखिया नाल। वो कहता जो रब ने दिता ही ना प्यारिया इहदे विच खुश रहे। ये नहीं कहता कि जदों जाके क्या बाबा जी कार लैन मिल जावे, करो अरदास करो बाबा जी आ बेनती है सानू कार दवा दिओ, ते बाबा जी कहते एक नहीं तेनों वड्डी मिल जाएगी, दो मिल जाणियां। ये तो लोभ की गल आ गई ना, भी बाबे ने जो उन्हें मंगया दे दिता। बाबा जिहड़ा असल संत है, जिहड़ा गुरु है, वो ये गल नहीं दसदा। वो कहता कि तू आया है तो फिर गुरु उपदेश दे के उहदे अंदर की अवस्था नूं सवारदा है। सतगुरु जी कहते संत कृपा ते जपिए नाम। संत की कृपा, गुरु की कृपा नाल ही परमात्मा का नाम जिहड़ा है वो जपिया जांदा है। रहाओ सतगुरु जी ठहराओ दे के सानू समझाउंदे हन। संत का संग मिटिया अहंकार। जदों जिहड़ी अंदर हौमे है ना मनुख दे, असल विच यही इनू भुजाई नठाई फिरदी है। असल अंदर दी हौमे, अंदर दी ईरखा, अंदर दा साड़ा, यही इनू अंदरों बेचैन करदा है। ते सतगुरु सच्चे पातशाह जी ने बाणी विच की समझाया कि जदों तुसीं गुरु दी संगत करोगे, गुरु की संगत करन दे नाल तुहानूं लाभ की होएगा। संगत का बड़ा वड्डा लाभ आ जी। जिवें कि उच्चियां पहाड़ियां ते जाके देखोगे ना, ते सुगंधीदार बूटियां की संगत करन वाले घाह चों भी सुगंधी आउण लग जाती है। ते होर तां होर गुरबाणी विच तां फैसला दिता होया मिलता है। की फैसला मिलता है? कहते जिवें चंदन के पौधे कोल रहन वाले सारे पौधों विचों चंदन की सुगंधी आउण लग जाती है, इस तरह संत दे कोल रहन वाला जिहड़ा है, संत की संगत करन वाला हर का सेवक हर ही जिहा, वो परमात्मा वर्गा हो जाता है, परमात्मा का रूप हो जाता है। एक कृपा हो जाती है तो अंदरों हंकार खत्म हो जाता है। हंकार का जिहड़ा पहाड़ बनया होया सी, किला बनया होया सी, अपने चगिरदे एक किला बना के बैठा सी, हंकार का वो सारा जिहड़ा है मिट जाता है, खत्म हो जाता है, उस तो छुटकारा मिल जाता है। सतगुरु सच्चे पातशाह जी ने कहा कि जिहड़ी संगत करनी है ना, गुरु की संगत करन दे नाल अंदरों हंकार मुक जाता है, अंदर हंकार नहीं रहिंदा। ये समझ आ जाती
ਇਹ ਸੋਝੀ ਪੈ ਜਾਂਦੀ ਹੈ ਕਿ ਮੇਰਾ ਮੁਝ में किश नहीं, जो किश है सो तेरा। हंकार किस चीज़ का? ना ਧੀਆਂ ਪੁੱਤਰਾਂ ਦਾ, ना धन दौलत का। यही तो हंकार ਹੁੰਦਾ है। ਕਿਸੇ ਨੂੰ ਵੱਡੀ ਕਾਰ ਦਾ, ਕਿਸੇ ਨੂੰ ਵੱਡੀ ਕੋਠੀ ਦਾ, ਕਿਸੇ ਨੂੰ ਜ਼ਿਆਦੀ ਜਾਇਦਾਦ ਦਾ, ਕਿਸੇ ਨੂੰ ਆਪਣੀ ਰਾਜ ਸ਼ਕਤੀ ਦਾ ਹੰਕਾਰ ਹੋਏਗਾ। पर जिहदे अंदर परमात्मा की बंदगी वस जाती है वो कहता मैनू किसी राज गद्दियां की लोड़ नहीं, मैनू कोठियां कारां की लोड़ नहीं, मैनू की चाहिदा है? कहता राज ना चाहो मुक्त ना चाहो, तो फिर की चाहिए? मन प्रीत चरण कमला रे, मैनू तेरे चरना कमलों का प्यार चाहिए है। इस प्यारिओ ਜਿਹੜਾ ਸੰਤ ਹੈ ਨਾ, ਸੰਤ ਦੀ ਜਦੋਂ ਸੰਗਤ ਕਰਦੇ ਆ ਤੇ ਉਹ ਇਹ ਅਸਲ 'ਚ ਲਾਈਨ ਕਲੀਅਰ ਕਰ ਦਿੰਦਾ ਹੈ ਕਿ ਜਿਹੜੀਆਂ ਇਹ ਤੇਰੀਆਂ ਕੋਠੀਆਂ ਨੇ ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ, ਜਿਹੜੀਆਂ ਪ੍ਰਾਪਰਟੀਆਂ ਜਾਇਦਾਦਾਂ ਬੈਂਕ ਬੈਲੈਂਸ ਬਣਾਈ ਫਿਰਦਾ ਹੈ ਇਹਨਾਂ 'ਚੋਂ ਇੱਕ ਸੂਈ ਵੀ ਤੇਰੇ ਨਾਲ ਨਹੀਂ ਪਿਆਰਿਆ ਜਾਣੀ। ਉਹ ਤੇ ਇਹ ਵੀ ਕਹਿ ਦਿੰਦਾ ਹੈ ਕਿ ਤੇਰੇ ਨਾਲ ਇਹ ਕੁਛ ਵੀ ਨਹੀਂ ਜਾਣਾ। ਜਿਹੜੀ ਤੂੰ ਆਪਣੇ ਸਰੀਰ ਦੇ ਬਲ ਦਾ ਮਾਣ ਕਰਦਾ ਹੈ, ਜਿਹੜਾ ਰਾਜ ਗੱਦੀਆਂ ਦਾ ਮਾਣ ਕਰਦਾ ਹੈ, ਇਹ ਤੇਰੇ ਨਾਲ ਨਿਭਣ ਵਾਲੀਆਂ ਨਹੀਂ। ਇੱਥੇ ਤੇ बड़े बड़े कारू बादशाह वर्गे भी खाली हाथ इत्थों गए। इत्थे बड़े बड़े आए, बड़े राजे महाराजे आए जिन्होंने इस संसार तो जाना पिया ते खाली हाथ जाना पिया। जे आत्मा का कोई साथ देने वाली चीज़ है ना, उत्थे ना धीआं पुत्रां ने साथ देना ही, ना तेरी पत्नी ने साथ देना ही, ना तेरे पेरेंट्स ने साथ देना, ना जायदादां ने साथ देना है। जे नाल निभण वाली कोई चीज़ है तो वह केवल ते केवल परमात्मा का नाम है। वो केवल ते केवल नाम रहियो साधु रहियो, रहियो गुर गोबिंद। जे रहन वाली कोई आत्मा दे नाल चीज़ है तो परमात्मा का नाम है। फिर संत ये किरपा करता है, उहदी संगत करन दे नाल अंदरों जदों पता लग गया कि ये धन भी जिहड़ा है ये नाल निभण वाला नहीं। एक पक्ष ये सामने आया, एक ये कि ये धन की जिहड़ी दात है ये मेरी प्राप्त की हुई नहीं, धीआं पुत्र प्राप्त किए हुए मेरे नहीं। ये तो रब ने कृपा की है, साडा संबंध जोड़िया इस धन दे नाल, इन्हां धीआं पुत्रां दे नाल, इन्हां रिश्तियां दे नाल, इन्हां वड्डियां वड्डियां जिहड़ियां शक्तियां जिहड़ियां ने ये दातां देण वाला ते दाता वो है। क्योंकि मेरी ते ये भी पाया नहीं कि मैं जन्म लै सकां ते शरीरक रूप ते इत्थे आ सकां। ये समझ आउंदी है, ये सोझी आ जाती है कि उस करते दी जिहड़ी रहम है ना, ये साडी झोली च पैंदा है। असीं हंकार कर किस चीज़ दा रहे हैं। जे परमात्मा हुण देखो असीं कार लई, बड़ी महंगी लई, असीं महंगी तो महंगी करोड़ां रुपइयां दी गड्डी लै लई ते सोचिया कि असीं गड्डी लै लई ते हंकार कार दा करी जावे। की पता करते दा हुक्म की आवे, कदों आवे ते तेरी रस्ते च जांदियां कार जिहड़ी है वो एक्सीडेंट हो जाए ते नेस तो नबूद हो जाएगी ना। फिर हंकार किस चीज़ का? ये कार तो तेनों भी लैके बैठेगी, ये तेरी भी जिंदगी नूं बर्बाद ते करके रख देवेगी। से ये समझ जिहड़ी है ये सतपुरुषां दी गुरु दे कोलों आके सोझी मिलती है, गुरु की संगत विचों मिलती है। इत्थे फिर आपां संत का अर्थ जिहड़ा है गुरु करांगे। सतगुरु सच्चे पातशाह जी की कहते हैं, संत कै संग मिटिया अहंकार। कहते प्यारिओ सतपुरुषां की संगत दे नाल अंदरों हंकार खत्म हो जाता है। दृष्टि आवे सब एक अंकार। जदों गुरु की संगत की, गुरु के प्रेम विच जुड़े ते गुरु ने सुरत दे विच अमृत खजाना नाम दा पाया, गुरु ने कृपा की ते फिर की होया? एक पासे जंग युद्ध चल रहा है, जंग युद्ध चल रहा है ते गुरु की कृपा दे नाल दृष्टि ये बन गई कि वो परमात्मा वो जिहड़ा मेरे अंदर है वो मेरे गवांढियां दे अंदर भी है, जिहड़ा परमात्मा मेरे अंदर है वो मेरी पत्नी दे अंदर भी है। दृष्टि ये बन जाती है कि जिहड़ा परमात्मा मेरे अंदर है वो मेरे बच्चों दे अंदर भी है। ये बन जाती कि जिहड़ा परमात्मा मेरे अंदर है वो मेरे दुश्मन दे अंदर भी है। इत्थों तक दी सोझी आ जाती है। ये पता लग जाता कि वो परमात्मा घट घट मैं हरजू बसै, संतन कहो पुकार। संतां ने दस दिता प्यारिया जिहड़ा परमात्मा तेरे अंदर वसदा है ये तेरे दुश्मन दे अंदर भी वसदा है। ये भुलेखा अंदरों दूर कर दे। ते जदों ये पता लग गया मन तू जोत स्वरूप है, अपना मूल पछाण ते जदों अपने दी पहचान की, जदों ये पहचान होई कि वो परमात्मा जिहड़ा मेरे अंदर है वो मेरे दुश्मन दे अंदर भी है, तो फिर मशक पानी दी चुक के
ਉਹ ਲੜਾਈ ਦੇ ਮੈਦਾਨੇ ਜੰਗ ਵਿੱਚ ਪਿਲਾਉਣ ਤੁਰ ਪੈਂਦਾ ਹੈ। ਇਹ ਅਵਸਥਾ ਬਣ ਜਾਂਦੀ ਹੈ, ਇਹ ਉਹ ਰੂਪ ਬਣ ਜਾਂਦਾ ਹੈ। ਤੇ ਜਦੋਂ ਸ਼ਿਕਾਇਤ ਹੁੰਦੀ ਹੈ ਨਾ, ਜਦੋਂ ਸ਼ਿਕਾਇਤ ਹੋਈ ਤੇ ਦੂਸਰੇ ਸੰਤ ਬ੍ਰਹਮ ਗਿਆਨੀ ਕੋਲ ਆਇਆ, ਸੰਤ ਕੋਲ ਆਇਆ। ਸੰਤ ਕਹਿ ਲਈਏ ਨਾ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੀ ਸੰਤ ਨੇ ਨਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕੋਲ ਸ਼ਿਕਾਇਤ ਪਹੁੰਚੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਨਹੀਂ ਉਹ ਰੂਪ ਦੇਖਦੇ, ਉਹ ਵੀ ਤੇ ਦੇਖਦੇ ਆ ਨਾ। ਘਟ ਘਟ ਮੈਂ ਹਰਜੂ ਬਸੈ, ਉਹਨਾਂ ਨੇ ਤੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਤੇ ਉਹ ਆਪ ਵੀ ਉਸੇ ਤੇ ਹੀ ਚੱਲਦੇ, ਨਹੀਂ ਵੀ ਉਹਨਾਂ ਦੇ ਚੱਲਣ ਦਾ ਕੋਈ ਤਰੀਕਾ ਹੋਰ ਹੈ। ਉਹਨਾਂ ਦਾ ਕਹਿਣੀ ਹੋਰ ਹੈ ਤੇ ਕਰਨੀ ਹੋਰ ਹੈ, ਇੱਦਾਂ ਨਹੀਂ ਹੈ। ਉਹਨਾਂ ਨੇ ਆਪਣੇ ਕੋਲੋਂ ਮਲਮ ਦੇ ਦਿੱਤੀ ਕਿ ਜਿੱਥੇ ਪਾਣੀ ਪਿਲਾਉਣਾ ਹੈ, ਜੇ ਕੋਈ ਫੱਟਰ ਹੋ ਗਿਆ, ਜ਼ਖਮੀ ਹੋ ਗਿਆ ਤੇ ਉਹਨੂੰ ਆਹ ਮਲਮ ਵੀ ਕਰੀ ਜਾਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹੈ ਨਾ, ਜਿਨ੍ਹਾਂ ਦੇ ਤੀਰ ਨੂੰ ਸੋਨਾ ਲੱਗਿਆ ਹੋਇਆ ਹੈ। ਜੇ ਕੋਈ ਦੁਸ਼ਮਣ, ਇਹ ਹੈ ਸੰਤ ਦੀ ਅਸਲੀ ਡੈਫੀਨੇਸ਼ਨ, ਸੰਤ ਤੇ ਆਪਣੇ ਦੁਸ਼ਮਣ ਨਾਲ ਵੀ ਪਿਆਰ ਕਰਦਾ ਹੈ। ਜੇ ਕਿਤੇ ਉਹਨੂੰ ਤੀਰ ਲੱਗ ਜਾਵੇ, ਜੇ ਕਿਤੇ ਉਹ ਜ਼ੁਲਮ ਕਰ ਰਿਹਾ ਹੋਵੇ, ਉਹਦੇ ਜ਼ੁਲਮ ਨੂੰ ਰੋਕਣ ਲਈ ਤੀਰ ਦੀ ਵਰਤੋਂ ਕਰਨੀ ਪੈ ਜਾਵੇ ਤੇ ਉਸ ਤੀਰ ਦੀ ਵਰਤੋਂ ਨਾਲ ਜੇ ਉਹ ਜ਼ਖਮੀ ਹੋ ਜਾਵੇ ਤੇ ਉਹ ਸੋਨਾ ਉਹਦੇ ਮਲਮ ਪੱਟੀ ਦੇ ਕੰਮ ਆ ਜਾਵੇ, ਤੇ ਜੇ ਕਿਤੇ ਉਸ ਤੀਰ ਨਾਲ ਉਹਦੀ ਮੌਤ ਹੋ ਜਾਵੇ ਤੇ ਉਹ ਸੋਨਾ ਉਹਦੇ ਕਫਨ ਦੇ ਕੰਮ ਆ ਜਾਵੇ। ਇਹ ਹੈ ਸੰਤ ਦੀ ਪਰਿਭਾਸ਼ਾ, ਇਹ ਹੈ ਸੰਤ ਦਾ ਜੀਵਨ, ਇਹ ਹੈ ਸੰਤ ਦਾ ਕਰੈਕਟਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਹੈ? ਦ੍ਰਿਸ਼ਟ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਦ੍ਰਿਸ਼ਟ ਆਵੈ ਸਭ ਏਕੰਕਾਰ। ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਦੇਖਦਾ ਹੈ, ਸਾਰਿਆਂ ਹਰ ਜਗ੍ਹਾ ਤੇ। ਇਹ ਸੰਤ ਦੀ ਅਸਲ ਅੰਦਰ ਦੀ ਅਵਸਥਾ ਹੁੰਦੀ ਹੈ। ਉਹਨੂੰ ਸਭਨਾਂ ਦੇ ਵਿੱਚੋਂ, ਮਿੱਤਰਾਂ ਤੇ ਦੁਸ਼ਮਣਾਂ ਵਿੱਚੋਂ ਪਰਮਾਤਮਾ ਦੇ ਹੀ ਦਰਸ਼ਨ ਹੁੰਦੇ ਹਨ। ਸੰਤ ਸੋ ਪ੍ਰਸੰਨ ਆਵੇ ਆਏ ਵਸ ਪੰਚਾ। ਜਿਹਦੇ ਉੱਤੇ ਸੰਤ ਪ੍ਰਸੰਨ ਹੋ ਜਾਵੇ, ਜਿਹਦੇ ਉੱਤੇ ਸੰਤ ਮਿਹਰਬਾਨ ਹੋ ਜਾਵੇ, ਉਹਦੇ ਕੀ ਹੁੰਦਾ ਹੈ? ਉਹਦੇ ਜਿਹੜੇ 5 ਵਿਕਾਰ ਆ ਮਨੁੱਖ ਨੂੰ ਬੇਚੈਨ ਕਰਨ ਵਾਲੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਜਿਹੜੇ ਆ ਉਹਦੇ ਵਸ ਵਿੱਚ ਆ ਜਾਂਦੇ ਆ। ਜਿਹਦੇ ਤੇ ਗੁਰੂ ਕਿਰਪਾ ਕਰ ਦਿੰਦਾ ਹੈ। ਹਉ ਬਲਿਹਾਰੀ ਸੰਤਨ ਤੇਰੇ, ਕਿਹੜੇ? ਜਿਨ ਕਾਮ, ਕ੍ਰੋਧ, ਲੋਭ ਪੀਠਾ ਜੀਓ। ਉਹ ਆਪ ਵੀ ਪੀਸਦੇ ਆ, ਉਹਨਾਂ ਨੇ ਆਪ ਵੀ ਉਸ ਤੋਂ ਮੁਕਤ ਨੇ ਤੇ ਸੰਸਾਰ ਨੂੰ ਵੀ ਮੁਕਤੀ ਦਿੰਦੇ ਨੇ। ਉਹ ਇਸ ਤੋਂ 5 ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ, ਵਸ ਵਿੱਚ ਉਹਨਾਂ ਦੇ ਚੱਲਣ ਲੱਗ ਜਾਂਦੇ, ਉਹਨਾਂ ਦਾ ਹੁਕਮ ਕਬੂਲਣ ਕਰਨ ਲੱਗ ਜਾਂਦੇ। ਬਹੁਤਾਤ ਸਾਰਾ ਸੰਸਾਰ ਜਿਹੜਾ ਹੈ ਨਾ ਜੀ, ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਪਿੱਛੇ ਦੌੜਿਆ ਫਿਰਦਾ ਹੈ। ਜੋ ਕਾਮ, ਕ੍ਰੋਧ, ਲੋਭ ਕਰਾਉਂਦਾ ਇਹਦੇ ਤੋਂ, ਇਹ ਉਹੀ ਕੁਛ ਕਰੀ ਜਾਂਦਾ ਹੈ। ਪਰ ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਸਤਿਪੁਰਸ਼ਾਂ ਦੀ ਸੰਗਤ ਕਰਦੇ ਨੇ, ਜਿਨ੍ਹਾਂ ਤੇ ਸੰਤ, ਜਿਨ੍ਹਾਂ ਤੇ ਭਾਵ ਗੁਰੂ ਮਿਹਰਬਾਨ ਹੋ ਜਾਂਦਾ ਹੈ, ਜਿਨ੍ਹਾਂ ਤੇ ਗੁਰੂ ਪ੍ਰਸੰਨ ਹੋ ਜਾਂਦਾ ਹੈ, ਉਹਨਾਂ ਨੂੰ ਫਿਰ ਜਾਚ ਦੱਸ ਦਿੰਦਾ ਵੀ ਇਹਨਾਂ ਨੂੰ ਵਰਤੋਂ ਕਿਵੇਂ ਕਰਨੀ ਹੈ। ਜੇ ਤੈਨੂੰ ਕ੍ਰੋਧ ਆਉਂਦਾ ਨਾ, ਇਸ ਕ੍ਰੋਧ ਨੂੰ ਵਰਤਣਾ ਕਿਵੇਂ ਹੈ? ਇਹਨੂੰ ਕਿਤੇ ਇੱਦਾਂ ਨਹੀਂ ਵਰਤਣਾ ਕਿ ਕਿਸੇ ਦਾ ਨੁਕਸਾਨ ਕਰਨ ਲਈ ਨਹੀਂ ਵਰਤਣਾ, ਇਹਨੂੰ ਜੇ ਵਰਤਣਾ ਹੈ ਤੇ ਭਲੇ ਕਰਨ ਲਈ ਵਰਤਣਾ ਹੈ। ਇਹਨੂੰ ਭਲੇ ਵਾਸਤੇ ਵਰਤਣ ਦੀ ਜਾਚ ਆ ਜਾਂਦੀ ਹੈ, ਸੋਝੀ ਆ ਜਾਂਦੀ ਹੈ। ਕਿਉਂਕਿ ਫਿਰ ਵੀਰ, ਇਹੀ ਕ੍ਰੋਧ ਜਿਹੜਾ ਵੀਰ ਰਸ ਵਿੱਚ ਬਦਲ ਜਾਂਦਾ ਹੈ, ਕ੍ਰੋਧ ਨੂੰ ਉਹਦਾ ਰੂਪ ਬਦਲ ਜਾਂਦਾ ਹੈ। ਫਿਰ ਸਾਨੂੰ ਉਹਦੀ ਵਰਤੋਂ ਗੁਰੂ ਸਿਖਾ ਦਿੰਦਾ ਹੈ। ਸੋ ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰਦਾ ਹੈ, ਪ੍ਰਸੰਨ ਹੁੰਦਾ ਹੈ, ਉਹਨਾਂ ਦੇ ਇਹ 5 ਵਸ ਵਿੱਚ ਹੋ ਜਾਂਦੇ ਹਨ। ਅੰਮ੍ਰਿਤ ਨਾਮ ਹਿਰਦੈ ਲੈ ਸੰਚਾ। ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਨਾ, ਉਹ ਹਿਰਦੇ ਦੇ ਅੰਦਰ ਇਕੱਠਾ ਕਰਦੇ ਆ। ਬਹੁਤਾਤ ਅਸੀਂ ਆਪਣੇ ਹਿਰਦੇ ਦੇ ਅੰਦਰ ਪਦਾਰਥਾਂ ਦਾ ਹੀ ਯੁੱਗ ਹੈ ਤੇ ਪਦਾਰਥ ਇਕੱਠੇ ਕਰਕੇ ਆਪਣਾ ਹਿਰਦਾ, ਆਪਣੀ ਸੁਰਤ, ਆਪਣਾ ਮਨ ਭਰਿਆ ਪਿਆ ਹੈ ਤੇ ਉਹਦੇ ਵਿੱਚ ਹੋਰ ਤੁਸੀਂ ਜਾ ਰਹੇ ਆ। ਤੇ ਇਹਦੇ ਅੰਦਰ ਇਦਾਂ ਦਾ ਇੱਕ ਖੂਹ ਬਣ ਗਿਆ ਹੈ ਕਿ ਕਦੀ ਮੁੱਕਣ ਦਾ ਨਾਂ ਨਹੀਂ ਰਹਿੰਦਾ। ਨਾ ਤੇ ਵਿਸ਼ੇ ਵਿਕਾਰਾਂ ਵੱਲੋਂ ਇਹ ਮਨ ਹਟਣ ਦਾ ਨਾਂ ਲੈਂਦਾ ਹੈ, ਨਾ ਧਨ ਦੌਲਤ ਦੇ ਵਾਲੇ ਪਾਸਿਓਂ ਹਟਣ ਦਾ ਨਾਂ ਲੈਂਦਾ ਹੈ, ਨਾ ਰਾਜ ਸ਼ਕਤੀਆਂ ਇਕੱਠੀਆਂ ਕਰਨ ਵੱਲੋਂ ਹਟਣ ਦਾ ਨਾਂ ਲੈਂਦਾ ਹੈ। ਕਿਉਂਕਿ ਇਹਦੇ ਅੰਦਰ ਹੋਰ ਜਿਹੜੀ ਹੈ ਉਹ ਤਮੰਨਾ ਵੱਧਦੀ ਹੋਈ ਜਾਂਦੀ ਹੈ। ਛੋਟੀ ਚੀਜ਼, ਪਹਿਲਾਂ ਛੋਟੀ ਕਾਰ, ਫਿਰ ਵੱਡੀ ਕਾਰ, ਫਿਰ ਉਹ ਤੋਂ ਵੱਡੀ ਕਾਰ, ਛੋਟੀ ਕੋਠੀ, ਫਿਰ ਵੱਡੀ ਕੋਠੀ। ਇਸੇ ਚੱਕਰ 'ਚ ਹੀ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਆਮ ਮਨੁੱਖ ਜਿਹੜਾ ਉਹ ਬਰਬਾਦ ਕਰੀ ਜਾਂਦਾ ਹੈ।
ਪਰ ਜਿਹੜਾ ਰੱਬ ਦਾ ਪਿਆਰਾ ਜਿਹਨੇ ਸੰਗਤ ਗੁਰੂ ਦੀ ਕਰ ਲਈ, ਸੰਤ ਦੀ ਕਰ ਲਈ, ਸੰਤ ਤੇ ਗੁਰੂ, ਸੰਤ ਸ਼ਬਦ ਜਿਹੜਾ ਹੈ ਭਗਤ ਨਾਲ ਵੀ ਜੁੜਦਾ ਹੈ, ਸਿੱਖ ਨੂੰ ਨਾਲ ਵੀ ਜੁੜਦਾ ਹੈ, ਔਰ ਇਹ ਗੁਰੂ ਨਾਲ ਵੀ ਜੁੜਦਾ ਹੈ, ਸਾਧੂ ਨਾਲ ਵੀ ਜੁੜਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਆ ਕਿ ਜਿਹੜੇ ਗੁਰੂ ਦੀ ਸੰਗਤ ਕਰਦੇ ਆ, ਸੰਤ ਦੀ ਸੰਗਤ ਕਰਦੇ, ਅੰਮ੍ਰਿਤ ਨਾਮ, ਉਹ ਅੰਮ੍ਰਿਤ ਰੂਪੀ ਨਾਮ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਉਹ ਅੰਮ੍ਰਿਤ ਰੂਪੀ ਨਾਮ ਦੇ ਪਿਆਲੇ ਪੀਂਦੇ ਨੇ। ਉਹ ਕਹਿੰਦੇ ਨੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਜਦੋਂ ਨਾਮ ਜਪਦਿਆਂ ਵਾਹਿਗੁਰੂ ਵਾਹਿਗੁਰੂ ਉੱਠਣ ਤੋਂ ਲੈ ਕੇ ਸੌਣ ਤੱਕ ਜਾਪ ਕਰਦੇ ਰਹੋਗੇ, ਸੁਰਤ ਦੇ ਅੰਦਰ ਯਾਦ ਪ੍ਰਮਾਤਮਾ ਦੇ ਨਾਮ ਦੀ, ਪ੍ਰੇਮ ਦੀ ਜਿਹੜੀ ਉਹ ਕਣੀ ਵਸੀ ਰਹਿ ਗਈ, ਫਿਰ ਤੁਹਾਡਾ ਮਨ ਭਟਕਣਾ ਵੱਲੋਂ ਰੁਕੇਗਾ। ਕਿਉਂਕਿ ਇਹਦੇ ਵਿੱਚ ਤੇ ਦੋ ਹੀ ਚੀਜ਼ਾਂ ਵਸਣੀਆਂ ਹੈ ਨਾ, ਹਉਮੈ ਨਾਵੇਂ ਨਾਲ ਵਿਰੋਧ, ਦੋਏ ਨਾ ਵਸੇ ਇੱਕ ਠਾਏ। ਜਾਂ ਨਾਮ ਅੰਦਰ ਰਹਿਣਾ ਹੈ ਜਾਂ ਹੰਕਾਰ ਅੰਦਰ ਰਹਿਣਾ ਹੈ, ਹਉਮੈ ਰਹਿਣੀ ਹੈ। ਤੇ ਜਦੋਂ ਨਾਮ ਸੁਰਤ ਵਿੱਚ ਵਸ ਗਿਆ, ਫਿਰ ਜਿੱਥੇ ਨਾਮ ਵਸਿਆ ਹੋਏਗਾ ਉਹੀ ਮਹਾਨ ਹੈ ਨਾ, ਉਹੀ ਮਹਾਨ ਬਣੇਗਾ। ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਮ੍ਰਿਤ ਨਾਮ, ਨਾਮ ਰੂਪੀ ਅੰਮ੍ਰਿਤ ਆਪਣੇ ਸੁਰਤ ਵਿੱਚ ਉਹ ਭਰ ਲੈਂਦੇ ਰਹਿੰਦੇ ਹਨ ਤੇ ਹਿਰਦੇ ਦੇ ਅੰਦਰ ਇਕੱਠਾ ਨਾਮ ਕਰਦੇ ਨੇ। ਧਨ ਪਦਾਰਥ ਨਹੀਂ ਸੁਰਤ ਵਿੱਚ ਇਕੱਠੀ ਕਰਦੇ। ਉਹ ਲੋਭ ਲਾਲਚ, ਉਹ ਇਹ ਨਹੀਂ ਕਿ ਅੱਜ ਇਧਰੋਂ ਠੱਗੀ ਮਾਰ ਕੇ ਧਨ ਇਕੱਠਾ ਕਰ ਲਿਆ, ਕੱਲ ਉਧਰੋਂ ਕਰ ਲਿਆ, ਇਧਰੋਂ ਇਕੱਠਾ ਕਰਕੇ ਬੈਂਕ ਦਾ ਆਹ ਖਾਤਾ ਭਰ ਲਿਆ, ਉਧਰੋਂ ਇਕੱਠਾ ਕੀਤਾ ਉਹ ਭਰ ਲਿਆ। ਉਹ ਧਨ ਇਕੱਠਾ ਕਰਨ ਵਿੱਚ ਹੀ ਨਹੀਂ ਲੱਗੇ ਰਹਿੰਦੇ, ਉਹ ਨਾਮ ਇਕੱਠਾ ਕਰਨ ਵਿੱਚ ਰਹਿੰਦੇ ਆ। ਕਿਰਤ ਤਾਂ ਜਿਹੜੀ ਹੈ ਉਹ ਹੱਥ ਕਾਰ ਵੱਲ, ਦਿਲ ਨਿਰੰਕਾਰ ਵੱਲ ਰੱਖਦੇ ਨੇ। ਉਹਨਾਂ ਦਾ ਸੁਭਾਅ ਇਹ ਬਣ ਜਾਂਦਾ ਹੈ। ਕਿਉਂਕਿ ਆਪਾਂ ਇਤਿਹਾਸ ਵਿੱਚ ਸਾਖੀ ਗੁਰਬਾਣੀ ਵਿੱਚੋਂ ਵੀ ਸਾਨੂੰ ਸਿੱਖਿਆ ਮਿਲਦੀ ਹੈ ਕਿ ਭਗਤ ਨਾਮਦੇਵ ਜੀ ਨੂੰ ਮਿਲਣ ਵਾਸਤੇ ਇੱਕ ਦਿਨ ਭਗਤ ਤ੍ਰਿਲੋਚਨ ਜੀ ਗਏ। ਤੇ ਭਗਤ ਤ੍ਰਿਲੋਚਨ ਜੀ ਜਦੋਂ ਮਿਲਣ ਵਾਸਤੇ ਗਏ ਤੇ ਰਸਤੇ ਵਿੱਚ ਜਾਂਦਿਆਂ ਮਨ ਵਿੱਚ ਇੱਕ ਨਕਸ਼ਾ ਬਣਾਉਂਦੇ ਜਾਂਦੇ ਕਿ ਭਗਤ ਕਬੀਰ ਜੀ ਜਦੋਂ ਪਹਿਲੀ ਵਾਰਾਂ ਕਿਸੇ ਨੂੰ ਮਿਲਣਾ ਹੋਵੇ ਨਾ, ਤੇ ਮਨ ਵਿੱਚ ਸੋਚੀਦਾ ਕਿ ਉਹ ਕਿਵੇਂ ਦਾ ਹੋਏਗਾ, ਉਹਨੇ ਇੱਦਾਂ ਦੇ ਵਸਤਰ ਪਾਏ ਹੋਣਗੇ, ਇੱਦਾਂ ਦਾ ਹੋਏਗਾ। ਤੇ ਕਹਿੰਦੇ ਨਕਸ਼ਾ ਬਣਾਈ ਗਿਆ ਕਿ ਉਹਨਾਂ ਦੇ ਗਲ ਵਿੱਚ ਮਾਲਾ ਹੋਏਗੀ, ਹੱਥ ਵਿੱਚ ਮਾਲਾ ਹੋਏਗੀ, ਜਾਂ ਇੱਦਾਂ ਦਾ ਕੋਈ ਧਰਮੀਆਂ ਵਾਲਾ ਵੱਖਰਾ ਜਿਹਾ ਰੂਪ ਹੋਏਗਾ। ਨਕਸ਼ਾ ਬਣਾ ਕੇ ਜਦੋਂ ਪਹੁੰਚਿਆ, ਜਾ ਕੇ ਦਰਵਾਜ਼ਾ ਖਟਖਟਾਇਆ, ਤੇ ਇਹ ਵੀ ਮਨ 'ਚ ਸੋਚਦਾ ਕਿ ਉਹ ਬੈਠੇ ਬੰਦਗੀ, ਨੇਤਰ ਬੰਦ ਹੋਣਗੇ, ਅੱਖਾਂ ਬੰਦ ਕਰਕੇ ਬੰਦਗੀ ਕਰ ਰਹੇ ਹੋਣਗੇ, ਨਾਮ ਇਕੱਠਾ ਕਰ ਰਹੇ ਹੋਣਗੇ। ਪਰ ਕੀ ਹੋਇਆ, ਜਦੋਂ ਘਰੇ ਜਾ ਕੇ ਦਰਵਾਜ਼ਾ ਖੜਕਾਇਆ ਤੇ ਕਹਿੰਦੇ ਆਵਾਜ਼ ਦਿੱਤੀ, ਹਾਂਜੀ ਆਓ। ਕਹਿੰਦੇ ਜੀ ਭਗਤ ਜੀ ਦੇ ਦਰਸ਼ਨ ਕਰਨੇ। ਕਹਿੰਦੇ ਉਹ ਘਰ ਨਹੀਂ ਹੈ। ਤੇ ਉਸੇ ਵੇਲੇ ਮਨ ਵਿੱਚ ਦੂਜਾ ਸਵਾਲ ਉਤਪੰਨ ਹੋ ਗਿਆ, ਮੈਂ ਗਲਤ ਸੋਚ ਲਿਆ, ਕਿਉਂਕਿ ਉਹ ਕਿਸੇ ਪਹਾੜ ਤੇ, ਕਿਸੇ ਕੰਦਰ ਤੇ, ਕਿਸੇ ਖਾਸ ਜਗ੍ਹਾ ਤੇ ਉੱਤੇ ਬੈਠ ਕੇ ਨਾਮ ਜਪਦੇ ਹੋਣਗੇ। ਉਹਨਾਂ ਨੇ ਘਰ ਵਿੱਚ ਇਸ ਗ੍ਰਸਤ ਦੇ ਮੋਹ ਮਾਇਆ ਤੋਂ ਕੀ ਲੈਣਾ। ਕਿਉਂਕਿ ਕਈ ਵਾਰ ਸਾਡੇ ਮਨ ਵਿੱਚ ਇਹ ਸਵਾਲ ਆ ਜਾਂਦਾ ਕਿ ਨਾਮ ਜਪਦਿਆਂ ਕਿਵੇਂ ਜਪਣਾ ਹੈ, ਤਰੀਕਾ ਕੀ ਹੋਣਾ ਚਾਹੀਦਾ ਹੈ। ਅਸੀਂ ਗ੍ਰਸਤੀ ਹਾਂ, ਕਿਰਤ ਛੱਡ ਦਈਏ, ਕਿਰਤ ਛੱਡਣੀ ਨਹੀਂ ਹੈ। ਗੁਰੂ ਨੇ ਸਾਨੂੰ ਕਿਰਤ ਕਰਨ ਦੀ ਜਾਚ ਸਿਖਾਈ ਹੈ। ਤੇ ਕੀ ਹੋਇਆ, ਕਹਿੰਦੇ ਕਿੱਥੇ ਮਿਲਣਗੇ, ਕਹਿੰਦੇ ਧੋਬੀ ਘਾਟ ਤੇ ਕੱਪੜੇ ਧੋਂਦੇ ਮਿਲਣਗੇ। ਪਿਆਰਿਓ, ਅਸਲ ਗੱਲ ਦੀ ਸਮਝ ਆਉਂਦੀ ਹੈ ਕਿ ਜਦੋਂ ਉਸੇ ਵੇਲੇ ਮਨ ਦੇ ਅੰਦਰ ਸਵਾਲ ਪੈਦਾ ਹੋ ਗਿਆ ਕਿ ਅੱਜ ਪੁੱਛਾਂਗਾ ਭਗਤ ਕਬੀਰ ਜੀ ਨੂੰ, ਕੀ ਪੁੱਛਾਂਗਾ ਕਿ ਤੂੰ ਤੇ ਮਾਇਆ ਵਿੱਚ ਗਰਸਿਆ ਹੋਇਆ ਹੈ, ਤੈਨੂੰ ਤੇ ਪ੍ਰਮਾਤਮਾ ਭੁੱਲਿਆ ਹੋਇਆ ਹੈ। ਤੇ ਜਾਂਦਿਆਂ ਜਿਹੜਾ ਸਵਾਲ ਕੀਤਾ ਭਗਤ ਕਬੀਰ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਅੰਕਿਤ ਕੀਤਾ ਹੈ। ਨਾਮਾ ਮਾਇਆ ਮੋਹਿਆ ਕਹੈ ਤਲੋਚਨ ਮੀਤ ਕਾਹੇ ਛੀਪੋ ਛਾਏ ਲੋ ਰਾਮ ਨਾ ਲਾਵੋ ਚਿਤ। ਕਹਿੰਦੇ ਤੁਸੀਂ ਤੇ ਪ੍ਰਮਾਤਮਾ ਨਾਲ ਚਿੱਤ ਨਹੀਂ ਜੋੜਦੇ। ਤੇ ਜਿਹੜਾ ਉੱਤਰ ਭਗਤ ਨਾਮਦੇਵ ਜੀ ਨੇ ਦਿੱਤਾ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸ਼ੋਭਨੀਕ ਹੈ। ਨਾਮਾ ਕਹੈ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਚਿੱਤ ਨੂੰ ਨਿਰੰਕਾਰ ਦੇ ਨਾਲ ਜੋੜ ਕੇ ਰੱਖਣਾ, ਇਹ ਜਿਹੜੇ ਸ਼ਬਦ ਹੈ ਇਹ ਭਗਤ ਕਬੀਰ ਜੀ ਨੇ ਅੰਕਿਤ ਕੀਤਾ ਹੋਇਆ ਹੈ। ਵੈਸੇ ਇੱਕ ਉਹਨਾਂ ਦਾ ਆਪਣਾ ਸ਼ਬਦ ਭਗਤ ਨਾਮਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਵੀ ਰਾਗ ਰਾਮ ਕਲੀ ਦੇ ਅੰਦਰ ਸੁਭਾਏਮਾਨ ਹੈ। ਆਪਾਂ ਪੜ੍ਹਦੇ ਨਾ ਕਿ ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮੱਧੇ ਭਰਮੀ ਵਾਲੇ ਪੰਚ ਜਨਾਸਿਓ ਬਾਤ ਬਤਊਆ ਚੀਤ ਸੋ ਡੋਰੀ ਰਾਖੀ ਵਾਲੇ। ਕਹਿੰਦੇ ਜਿਵੇਂ ਉਹ ਬੱਚਾ ਜਿਹੜਾ ਹੈ ਉਹ ਪਤੰਗ ਬਣਾ ਕੇ ਆਕਾਸ਼ ਉਡਾਉਂਦਾ ਹੈ, ਪਰ ਚਿੱਤ
परमात्मा विच जोड़ के रख, वो अपनी डोर विच जोड़ के रखदा। इस तरह मन राम नामा बेदी अले जैसे कनकला चित मांडिले, कहते जिवें सुनियारा सोने विच चित जोड़ के रखता है, बच्चा उधर चित अपनी पतंग विच चित जोड़ के रखता, मैं भी अपना चित जिहड़ा है ना जी ये परमात्मा दे नाल जोड़िया होया। ये भगत नामदेव जी दे अपने मुखार बिन तो उचारण किया होया राग राम कली दे अंदर सुभाएमान है। सो आपां पढ़ रहे सी सतगुरु जी ने की उपदेश किया, अमृत नाम हृदय लै संचा। भावें वो काम कार करते होण, गृहस्थ दीआं जिम्मेवारियां निभाउंदे होण, भावें वो कोई राजसी शक्तियां वालियां निभाउंदे होण, भावें वो अपने किसी किरत विच मगन होण, चाहे धीआं पुत्रां विच होण, पर उन्हां दी अंदर दी जिहड़ी तार है ना, जिहड़ी अंदर दी सुरत है वो परमात्मा दे नाम विच जुड़ी रहिंदी है। सुरत दे अंदर रब दा नाम, रब दी बंदगी चलदी रहिंदी है, नाम नूं इकट्ठा करदे रहिंदे हन। कहो नानक जा का पूरा कर्मा। ये जिहड़ी चीज़ है ना जी, ये वड्डियां भागां दी निशानी जे, वड्डे कर्मां दी निशानी जे। जिहड़ी साध संगत की प्राप्ति होनी, गुरु की संगत मिलनी, सतपुरुषां की संगत मिलनी, आ जिहड़े तुसी गुरु की गोद विच बैठे हो, जुड़ के बैठे हो सुरतियां नूं टिका के, जां जिहड़ियां संगतां हर निता प्रति सतगुरु साहब सच्चे पातशाह जी की बाणी की कथा सुनने वास्ते अपने घरां दे अंदर टीवी अगे बैठते हैं, वो भी तो बंदगी है ना। आ भी ये बंदगी, ये नहीं कि आपां वाहिगुरू वाहिगुरू कर रहे हैं तो बंदगी है। जदों साडी सुरत दे अंदर परमात्मा दे ज्ञान का नाम आ रहा है, परमात्मा नाल आत्मा जुड़ रही होवे, वो कह लो कि तुहाडे भावें तुसी कथा द्वारा जुड़ रही होवे, भावें कीर्तन द्वारा जुड़ रही होवे। कई बार असीं सोचते हैं कि जे असीं कीर्तन सुन लिया तो नाम तो जपिया नहीं। नहीं भाई, जे कीर्तन भी सुनिया है तो वह भी नाम जपना है, तो जे असी कथा सुनी है तो यह भी परमात्मा का नाम जपना है। पर एक गल याद रखियो, कथा दे विचों वो गल्लां नहीं सुननियां जिहड़ियां कथा दे अंदर कच्चियां पिल्लियां गल्लां होण, जां ईरखा द्वैश वालियां गल्लां होण। अजकल तो माफ़ी मंगा, कुछ मेरे वीर ही ने, सज्जण ही ने, जिहड़े कई बार कथा दे विच भी कच्चियां पिल्लियां गल्लां, ईरखा ते द्वैश वालियां गल्लां मैं कई बार देखदा, मेरा मन कई बार बड़ा परेशान हुंदा है। गुरु दी गोद विच बैठ के गुरु दे संदेश तो बाहर किवें चले जाने आ, ये हिया किवें पैंदा है। असल विच कदी कदी महसूस हुंदा है कि अजे थोड़ी जी होर बंदगी करन दी लोड़ है, क्योंकि जे गुरु दी गोद विच बैठ के गल गुरु दी नहीं, वडियाई गुरु दी नहीं, उस्तत गुरु दी नहीं, जे उस्तत बंदियां दी कर रहे हाँ तो समझ लेवां कि असीं गुरु दी गोद च बैठ के बंदियां दी उस्तत कर रहे हैं, असीं किते ना किते मिसटेक कर रहे हाँ। और दूसरी बेनती, जे गुरु की गोद विच बैठ के असीं होर तरह दीयां गल्लां, कई तरह दीयां खुश्क गल्लां करी जा रहे हाँ, जिहड़े रब दे नालों तोड़न वालियां गल्लां, जोड़न दा काम छड्ड के असीं तोड़न वाला आरंभ कर लिया। जे असीं तोड़न वालियां गल्लां कर रहे हैं तो समझ लेना कि असीं गुरु की गोद विच बैठ के असीं भी पापां दे भागी हैं। ये कई बार मन के अंदर हंकार भी पैदा हो जाता है कि मैनू तो ज्ञान ही बड़ा हो गया है। नहीं भाई, ये तो जे ये कोई सोचे कि मैनू बड़ा ज्ञान हो गया है तो मैं बड़ा महान कथावाचक बन गया, खिमा मंगा। साहब की बाणी कहती, जो जाना मैं कथ नहीं करता, व्यापारी बसदा जो फिरता। जिमें व्यापारी मझां गावां खरीददा फिरदा है भी तो धन के पिछे उस तरह ही व्यापारियों वांग व्यापार ही करता फिरदे ने। धार्मिक बंदे नूं भी गुरु साहब ने किसी दा कोई लिहाज नहीं रखिया। यह असल च संत की गल। ते ਜਿਹੜੇ मिठियां मिठियां गल्लां सुणाउंदे होण, ਜਿਹੜੇ डेरेदार लोग ने वो अपने चेले नूं होर तरीके नाल समझाउंदे ने, चेले की गल होर तरह नाल सुणदे ने ते अपनी गल वो फिर आम पब्लिक की होर तरीके नाल सुणदे ने। असल गुरु जिहड़ा है ना, जिहड़ा असल संत है, वो ये नहीं काम करदा कि चेले नूं होर तरह नाल उपदेश, चेले की गल होर तरीके नाल सुणनी, इदां नहीं है। वो तो सारियां नाल इक्को जिहा जिहड़ा है वो वर्ताव करता है। सतगुरु सच्चे पातशाह जी ने की किया है थे, कहते ये वड्डियां भागां दी निशानी है, गुरु की संगत नसीब हो जानी। संगत जिहड़ी है सतपुरुषां दी नसीब हो जानी। किहड़ी? साहब सच्चे पातशाह कहते, कहो नानक जा का पूरा कर्म। ये वड्डे पूरे कर्म की, महान कर्म की निशानी है, वड भागां की निशानी है। धन गुरु अर्जन साहब महाराज जी आखते हैं कि ये महान कर्म की निशानी है, वड्डे कर्मां की निशानी है। तिस भेटे साधु के चरण,
ਇਹ ਉਹੀ ਜਿਹੜਾ ਗੁਰੂ ਦੀ ਸੰਗਤ ਕਰਨ ਵਾਲਾ ਅਸਲ 'ਚ ਫਿਰ ਉਹ ਜਿਹੜਾ ਹੈ ਉਹਨੇ ਚਰਨ ਪਰਸੇ ਨੇ ਗੁਰੂ ਦੇ ਚਰਨ ਪਰਸਣੇ। ਸਾਧੂ ਦਾ ਅਰਥ ਵੀ ਗੁਰੂ ਹੈ ਕਿ ਗੁਰੂ ਦੇ ਚਰਨ ਪਰਸਣ ਵਾਲਾ ਕਿਹੜਾ ਸਿੱਖ ਹੈ? ਉਹ ਸਿੱਖ ਗੁਰੂ ਦੇ ਚਰਨ ਪਰਸਣ ਵਾਲਾ ਹੈ, ਉਹ ਵੱਡਿਆਂ ਕਰਮਾਂ ਵਾਲਾ ਹੈ। ਕਿਹੜਾ? ਜਿਨੇ ਆਪਣੇ ਹਿਰਦੇ ਦੇ ਅੰਦਰ, ਆਪਣੀ ਆਤਮਾ ਦੇ ਅੰਦਰ ਪਰਮਾਤਮਾ ਦਾ ਨਾਮ ਸਿੰਚਿਆ ਹੈ, ਨਾਮ ਧਨ ਇਕੱਠਾ ਕੀਤਾ ਹੈ। ਮੈਂ ਬੇਨਤੀਆਂ ਕੁਝ ਕੁ ਕਰਨੀਆਂ ਚਾਹੁੰਦਾ ਹਾਂ ਆਪ ਜੀ ਸੰਗਤ ਦੇ ਚਰਨਾਂ ਵਿੱਚ। ਸੰਗਤ ਜੀ, ਅੱਜ ਦੇ ਯੁੱਗ ਵਿੱਚ ਸਾਡੀ ਦੌੜ ਕੇਵਲ ਪਦਾਰਥ ਬਣ ਗਈ ਹੈ। ਦੂਸਰੀ ਬੇਨਤੀ, ਅਸੀਂ ਆਪਣੇ ਬੱਚਿਆਂ ਨੂੰ ਕੇਵਲ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਬਣਾ ਦਿੱਤਾ। ਬੇਸ਼ੱਕ ਪੈਸੇ ਤੋਂ ਬਿਨਾਂ ਜ਼ਿੰਦਗੀ ਨਹੀਂ ਹੈ, ਪੈਸਾ ਵੀ ਜ਼ਿੰਦਗੀ ਵਿੱਚ ਜ਼ਰੂਰੀ ਹੈ। ਗੁਰੂ ਨੇ ਤਾਂ ਹੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਖੁਦ ਕਿਰਤ ਕੀਤੀ। ਜਿੱਥੇ ਮੋਦੀ ਖਾਨਾ ਚਲਾਇਆ, ਉੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਹਲ ਵੀ ਚਲਾਇਆ। ਹਰ ਤਰ੍ਹਾਂ ਨਾਲ ਕਿਰਤ ਕਰਨ ਦੀ ਸਾਨੂੰ ਜਾਚ ਦੱਸੀ। ਵਪਾਰ ਕਰਦਿਆਂ ਵੀ ਤੁਸੀਂ ਕਿਰਤ ਕਰ ਸਕਦੇ ਹੋ, ਗੁਰੂ ਨਾਨਕ ਸਾਹਿਬ ਜੀ ਨੇ ਸਿਖਾਇਆ। ਤੁਸੀਂ ਖੇਤੀ ਕਰਕੇ ਵੀ ਕਿਰਤ ਕਰ ਸਕਦੇ ਹੋ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿਖਾਇਆ ਕਿ ਤੁਸੀਂ ਨੌਕਰੀ ਕਰਕੇ ਵੀ ਕਿਰਤ ਕਰ ਸਕਦੇ ਹੋ। ਇਹ ਸਾਨੂੰ ਜਿਹੜੀ ਸਿੱਖਿਆ ਗੁਰੂ ਨੇ ਬਖਸ਼ਿਸ਼ ਕੀਤੀ। ਪਰ ਇੱਕ ਗੱਲ, ਕੇਵਲ ਤੇ ਕੇਵਲ ਧਨ ਹੀ ਸਭ ਕੁਝ ਮੰਨ ਬੈਠਣਾ, ਇਹ ਸਾਡੀ ਵੱਡੀ ਗਲਤੀ ਹੈ। ਆਪਣੇ ਬੱਚਿਆਂ ਨੂੰ ਅਸੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਪੜ੍ਹਾਈਆਂ, ਮੈਂ ਨਹੀਂ ਕਹਿੰਦਾ ਨਾ ਪੜ੍ਹਾਓ, ਮੁਬਾਰਕ ਹੈ, ਦੂਜੀਆਂ ਭਾਸ਼ਾਵਾਂ ਸਿਖਾਉਣੀਆਂ ਚਾਹੀਦੀਆਂ ਹੈ। ਪਰ ਜਿੱਥੇ ਤੁਸੀਂ ਦੂਜੀਆਂ ਭਾਸ਼ਾਵਾਂ ਸਿਖਾਈਆਂ, ਅੱਜ ਸਾਡੇ ਬੱਚੇ ਜਿਹੜੇ ਸਾਡੀ ਮਾਂ ਬੋਲੀ ਨਾਲੋਂ ਟੁੱਟ ਚੁੱਕੇ ਆ। ਤੇ ਜਿਹਦੇ ਕੋਲ ਮਾਂ ਬੋਲੀ ਨਾ ਰਹੀ, ਉਹਨੂੰ ਕਿਵੇਂ ਸਮਝ ਆਏਗੀ ਗੁਰੂ ਕੀ ਬਾਣੀ ਦੀ? ਅੱਜ ਮੈਂ ਇੱਕ ਬੇਨਤੀ ਕਰਾਂ, ਆਪਣੇ ਹਰ ਘਰ ਦੇ ਬਾਹਰ ਇੱਕ ਇੱਕ ਫੱਟੀ ਟੰਗ ਦਿਓ, ਜਿਹਦੇ ਤੇ ਊੜਾ ਲਿਖ ਦਿਓ, ਜਿਹਦੇ ਉੱਤੇ ਗੁਰਮੁਖੀ ਦੇ ਅੱਖਰ ਲਿਖ ਦਿਓ, ਉਹਦੇ ਤੇ ਇੱਕ ਇਹ ਲਿਖ ਦਿਓ ਕਿ ਗੁਰਮੁਖੀ। ਆਪਣੇ ਘਰ ਦੇ ਅੰਦਰ ਇੱਕ ਇੱਕ ਫੱਟੀ ਟੰਗ ਲਓ ਕਿ ਭਾਈ ਅਸੀਂ ਘੱਟੋ ਘੱਟ ਜੇ ਆਪਣੇ ਸੁਰਤਾਂ ਦੇ ਅੰਦਰ ਕੋਈ ਸਿੱਖ ਦਾ ਬੱਚਾ ਸਿੱਖ ਹੋਵੇ ਤੇ ਆਪਣੇ ਬੱਚੇ ਨੂੰ ਗੁਰਮੁਖੀ ਨਾ ਪੜ੍ਹਾਵੇ, ਇਸ ਤੋਂ ਵੱਡੀ ਕੋਈ ਗਲਤੀ ਨਹੀਂ। ਜਦੋਂ ਤੱਕ ਤੁਹਾਡੀ ਉਹ ਬੋਲੀ, ਤੁਹਾਡੀ ਭਾਸ਼ਾ ਨਹੀਂ ਸਿੱਖੇਗਾ, ਉਨੀ ਦੇਰ ਤੱਕ ਤੁਹਾਡਾ ਸੱਭਿਆਚਾਰ ਨਹੀਂ ਸਿੱਖੇਗਾ। ਜਿੰਨੀ ਦੇਰ ਤੱਕ ਤੁਹਾਡਾ ਸੱਭਿਆਚਾਰ ਨਹੀਂ ਸਿੱਖੇਗਾ, ਉਨੀ ਦੇਰ ਤੱਕ ਉਹਨੂੰ ਆਪਣੇ ਮਾਂ-ਬਾਪ ਬਾਰੇ ਵੀ ਸਮਝ ਨਹੀਂ ਆਏਗੀ। ਜਿਹੜੇ ਬੱਚੇ ਅਸੀਂ ਮਸ਼ੀਨਾਂ ਬਣਾ ਲਈਆਂ ਨਾ ਜੀ ਪੈਸੇ ਕਮਾਉਣ ਵਾਲੀਆਂ, ਅੱਜ ਉਹ ਮਾਂ-ਬਾਪ ਆਪਣੇ ਪੁੱਤਰ ਦਾ ਮੋਢਾ ਬੱਚੇ ਦਾ ਲੱਭਦੇ ਫਿਰਦੇ ਹੱਥ ਰੱਖਣ ਵਾਸਤੇ। ਕੀ ਕਾਰਨ ਆਇਆ? ਅਸੀਂ ਕਲਚਰ ਭੁੱਲ ਗਏ, ਅਸੀਂ ਮਾਂ-ਬਾਪ ਦੀ ਸੇਵਾ ਭੁੱਲ ਗਏ। ਜਿਹੜੀ ਸੇਵਾ ਗੁਰੂ ਨੇ ਸਾਨੂੰ ਦੱਸੀ ਸੀ, ਆਪਣੇ ਮਾਂ-ਬਾਪ ਦੀ ਸੇਵਾ, ਉਹ ਭੁੱਲ ਚੁੱਕੇ। ਕਿਉਂ ਭੁੱਲ ਗਏ? ਕਿਉਂਕਿ ਅਸੀਂ ਉਹਨਾਂ ਨੂੰ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਬਣਾ ਲਿਆ। ਆਪਣੇ ਅਸਲ ਵਿਰਸੇ ਨਾਲੋਂ ਟੁੱਟ ਗਏ। ਸਾਡੀ ਇਹ ਹਾਲਤ ਹੋ ਗਈ ਕਿ ਅਸੀਂ ਕੇਵਲ ਤੇ ਕੇਵਲ ਧਨ ਦੇ ਪਿੱਛੇ ਦੌੜ ਲਾ ਲਈ। ਨਹੀਂ ਪਿਆਰਿਓ, ਧਨ ਤੇ ਪਿੱਛੇ ਕਮਾਉਣਾ ਚਾਹੀਦਾ, ਪਰ ਓਨਾ ਕੁ ਕਮਾਓ ਜਿੰਨੇ ਨਾਲ ਸਾਡਾ ਗੁਜ਼ਾਰਾ ਚੱਲੀ ਜਾਵੇ। ਉਹ 'ਚ ਕਮਾਓ, ਓਨੀ ਕਿਰਤ ਕਰੋ। ਜ਼ਿਆਦਾ ਇਹਦੇ ਵਿੱਚ ਲਵਰੇਜ ਨਾ ਹੋ ਜਾਵੋ, ਜ਼ਿਆਦਾ ਇਹਦੇ ਵਿੱਚ ਖੱਚਤ ਨਾ ਹੋ ਜਾਵੋ। ਕੇਵਲ ਤੇ ਕੇਵਲ ਪ੍ਰਮਾਤਮਾ ਦੀ ਬੰਦਗੀ ਵੱਲ ਆ ਜਾਓ। ਜਿਹੜੇ ਬੱਚੇ ਗੁਰੂ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਦੀ ਆਤਮਾ ਆਪਣੇ ਗੁਰੂ ਨਾਲ ਜੁੜ ਜਾਂਦੀ, ਗੁਰੂ ਕੀ ਬਾਣੀ ਨਾਲ ਜੁੜ ਜਾਂਦੀ ਹੈ, ਆਤਮਾ ਦੇ ਅੰਦਰ ਟਿਕਾਓ ਤੇ ਚੈਨ ਬਣ ਜਾਂਦਾ ਹੈ। ਜਿਨ੍ਹਾਂ ਨੂੰ ਇਹ ਸਾਰੇ ਪਾਸੇ ਸਮਝ ਆ ਜਾਂਦੀ ਹੈ ਨਾ ਜੀ, ਤੇ ਫਿਰ ਉਹ ਈਰਖਾ ਵੀ ਉਹਨਾਂ ਦੇ ਅੰਦਰੋਂ ਖਤਮ ਹੋ ਜਾਂਦੀ ਤੇ ਸੇਵਾ ਭਾਵ ਵੀ ਆ ਜਾਂਦਾ ਹੈ। ਗੁਰੂ ਕੀ ਬਾਣੀ ਨੇ ਸੇਵਾ ਕਰਨ ਦੀ ਜਾਚ ਵੀ ਸਿਖਾਉਣੀ ਹੈ। ਗੁਰੂ ਕੀ ਬਾਣੀ ਨੇ, ਗੁਰੂ ਨੇ, ਇਹ ਸੰਤ ਦਾ ਸੁਭਾਅ ਹੈ ਕਿ ਉਹ ਸੇਵਾ ਕਰਨੀ ਵੀ ਸਿਖਾਉਂਦਾ ਹੈ। ਸੰਤ ਦਾ ਸੁਭਾਅ ਹੈ ਉਹ ਸਿਮਰਨ ਕਰਨਾ ਵੀ ਸਿਖਾਉਂਦਾ ਹੈ। ਸੰਤ ਦਾ ਸੁਭਾਅ ਹੈ ਕਿ ਉਹ ਰੱਬ ਨਾਲ ਜੋੜਨ ਦਾ ਤਰੀਕਾ ਜੋੜ ਕੇ ਰੱਖਦਾ। ਜਿਹੜਾ ਬੰਦਾ ਰੱਬ ਨਾਲ ਜੁੜਿਆ ਹੋਇਆ ਹੈ, ਉਹਦਾ ਜੀਵਨ ਹੀ ਅਸਲ ਸਫਲ ਹੈ। ਆ ਜੀਵਨ ਦੀ ਜਿਹੜੀ ਯਾਤਰਾ ਨਾ ਜੀ, ਇਹ ਸਫਲ ਤਾਂ ਹੋਣੀ ਹੈ ਜੇ ਅਸੀਂ ਗੁਰੂ ਨਾਲ ਜੁੜੇ ਹੋਏ ਹਾਂ। ਤੇ ਜੇ ਗੁਰੂ ਨਾਲੋਂ ਟੁੱਟ ਗਏ ਨਾ ਜੀ, ਫਿਰ ਤਾਂ ਉਸੇ ਹੀ ਜਿਲਣ ਵਿੱਚ ਅਸੀਂ ਫਸ ਗਏ ਨਾ, ਜਿਹੜੇ 'ਚ ਬਾਕੀ ਸੰਸਾਰ ਫਸਿਆ ਹੈ। ਜੇ ਗੁਰੂ ਕੀ ਗੋਦ ਵਿੱਚ ਆਉਂਦੇ ਹੋ, ਨਿਤਾ ਪ੍ਰਤੀ ਕਥਾ ਸਰਵਣ ਕਰਦੇ ਹੋ, ਕੀਰਤਨ ਸਰਵਣ ਕਰਦੇ ਹੋ, ਤੇ ਜੀਵਨ ਵਿੱਚ ਥੋੜ੍ਹੀ ਥੋੜ੍ਹੀ ਕਿਣਕਾ ਕਿਣਕਾ ਤਬਦੀਲੀ ਲਿਆਉਣ ਦਾ ਜ਼ਰੂਰ ਯਤਨ ਕਰੀਏ। ਆਪਣੇ ਪਰਿਵਾਰਾਂ ਨੂੰ, ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਾਈਏ। ਸੰਗਤ ਜੀ, ਅਸੀਂ ਬਾਣੀ ਦੇ ਨਾਲ, ਵੇਖੋ ਜੀ, ਬਾਣੀ ਤੋਂ ਟੁੱਟਣ ਕਰਕੇ ਬਾਣੇ ਨਾਲੋਂ ਵੀ ਟੁੱਟ ਗਏ। ਨਾ ਸਾਡੇ ਕੋਲ ਬਾਣਾ ਰਿਹਾ, ਨਾ ਸਾਡੇ ਕੋਲ ਬਾਣੀ ਰਹੀ। ਜੇ ਬਾਣੀ ਸਾਡੇ ਕੋਲ ਹੁੰਦੀ, ਜੇ ਬਾਣਾ ਸਾਡੇ ਕੋਲ ਹੋਵੇ,
ਤੇ ਫਿਰ ਉਸ ਸਿੱਖ ਵਰਗਾ ਦੁਨੀਆ ਤੇ ਖੂਬਸੂਰਤ ਇਨਸਾਨ ਕੋਈ ਨਹੀਂ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਰਹਿਤ ਵਿੱਚ ਹੈ ਤੇ ਬਾਣੀ ਤੇ ਬਾਣੇ ਦੇ ਅਨੁਸਾਰ ਆਪਣਾ ਜੀਵਨ ਜਿੰਦਾ ਹੈ, ਭਾਵੇਂ ਉਹਦੇ ਕੋਲ ਧਨ ਥੋੜਾ ਵੀ ਕਿਉਂ ਨਾ ਹੋਵੇ। ਪਰ ਜੇ ਕਿਸੇ ਕੋਈ ਇਨਸਾਨ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੱਖ ਹੋ ਕੇ ਬਾਣੀ ਨਾਲੋਂ ਟੁੱਟ ਜਾਵੇ, ਬਾਣੇ ਨਾਲੋਂ ਟੁੱਟ ਜਾਵੇ, ਪੰਜ ਕਕਾਰੀ ਵਰਦੀ ਨਾ ਹੋਵੇ, ਅੰਮ੍ਰਿਤ ਨਾ ਛਕਿਆ ਹੋਵੇ, ਤੇ ਸਮਝ ਲੈਣਾ ਉਸ ਤੋਂ ਵੱਧ ਮਨੁੱਖ ਵੀ ਕੋਈ ਨਹੀਂ ਹੈ। ਸਭ ਤੋਂ ਵੱਧ ਮਨੁੱਖ ਉਹ ਹੈ ਗੁਰੂ ਦਾ ਸਿੱਖ ਹੋ ਕੇ ਗੁਰੂ ਨਾਲੋਂ ਟੁੱਟ ਗਿਆ, ਤੇ ਸਭ ਤੋਂ ਭਲਾ ਮਨੁੱਖ ਉਹ ਹੈ ਜਿਹੜਾ ਗੁਰੂ ਨਾਲ ਜੁੜ ਗਿਆ, ਭਾਵੇਂ ਕਿਸੇ ਹਾਲਾਤ ਵਿੱਚ ਵੀ ਹੋਵੇ। ਜਿਹੜਾ ਆਤਮਾ ਦਾ ਬੈਲੈਂਸ ਹੈ ਨਾ, ਸੁੱਖਾਂ ਵਿੱਚ ਤੇ ਬੈਲੈਂਸ ਸਭ ਦਾ ਬਣਦਾ ਹੈ, ਦੁੱਖ ਵਿੱਚ ਬੈਲੈਂਸ ਉਸੇ ਦਾ ਬਣਦਾ ਜਿਹੜਾ ਗੁਰੂ ਨਾਲ ਜੁੜਦਾ ਹੈ। ਤੇ ਜਿਹੜੇ ਗੁਰੂ ਨਾਲ ਜੁੜ ਗਏ ਉਹਨਾਂ ਦੀ ਲਾਈਫ ਦਾ ਬੈਲੈਂਸ ਐਸਾ ਬਣਿਆ, ਭਾਵੇਂ ਖੋਪਰ ਲੈ ਗਿਆ, ਬੰਦ ਕੱਟਿਆ ਗਿਆ, ਸਰੀਰ ਦੇ ਦੋ ਫਾੜ ਹੋ ਗਏ, ਦੇਗ ਵਿੱਚ ਉਬਲ ਗਏ। ਆਪਾਂ ਕਿੰਨਾ ਇਤਿਹਾਸ ਜਾਣਦੇ ਹਾਂ, ਸਵਾ ਮਣ ਦੇ ਪੀਸਨੇ ਪੀਸੇ, ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਆਪਣੇ ਬੱਚਿਆਂ ਦੇ ਟੁਕੜੇ ਕਰਵਾਏ। ਕੀ ਜਿਹੜੇ ਟੁਕੜੇ ਕਰਵਾਉਂਦੇ ਸਨ ਉਹ ਪਾਗਲ ਸਨ, ਉਹ ਕਮਲੇ ਸਨ? ਨਹੀਂ ਭਾਈ, ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕੇ ਗਲਾਂ 'ਚ ਪਵਾ ਲਏ, ਹਾਰ ਪਵਾ ਲਏ, ਅੱਜ ਸਾਡੇ ਬੱਚੇ ਦੇ ਕੰਡਾ ਵੀ ਵਾਜੇ ਤੇ ਅਸੀਂ ਤਰਬਕਦੇ ਹਾਂ। ਉਹ ਕਿਵੇਂ ਕਰਾ ਗਏ? ਉਹਨਾਂ ਨੇ ਧਰਮ ਦੀ ਖਾਤਰ ਧਰਮ ਤੋਂ ਨਹੀਂ ਡੋਲੇ, ਤੇ ਉਹਨਾਂ ਦਾ ਜ਼ਿਕਰ ਅਰਦਾਸ ਵਿੱਚ ਆਉਂਦਾ ਹੈ। ਤੇ ਫਿਰ ਅਸੀਂ ਕਿਉਂ ਇਸ ਤੋਂ ਪਾਸਾ ਕਰ ਗਏ? ਰਹਿਤ ਮਰਿਆਦਾ ਤੋਂ ਅਸੀਂ ਪਾਸਾ ਕਰ ਗਏ ਨਾ। ਮੈਂ ਕਈ ਵਾਰ ਇਹ ਗੱਲ ਕਹੀ, ਅੱਜ ਵੀ ਕਹਿਣਾ ਹੈ ਕਿ ਜਿਹੜੇ ਲੋਕ ਆਪਣੇ ਬੱਚਿਆਂ ਤੇ ਬੱਚੀਆਂ ਦੇ ਆਨੰਦ ਕਾਰਜ, ਬੱਚਿਆਂ ਲਈ ਰਿਸ਼ਤੇ ਸਿੱਖ ਰਹਿਤ ਮਰਿਆਦਾ ਪੜ੍ਹ ਕੇ ਕਰਨਗੇ ਨਾ, ਉਹਨਾਂ ਦੇ ਤਲਾਕ ਦੀ ਨੌਬਤ ਨਹੀਂ ਆਏਗੀ। ਤਲਾਕ ਦੀ ਨੌਬਤ ਉੱਥੇ ਆਉਂਦੀ ਹੈ ਜਿਨ੍ਹਾਂ ਦੇ ਜੀਵਨ ਵਿੱਚ ਕਰੈਕਟਰ ਕਿਰਦਾਰ ਵਿੱਚ ਦਿੱਕਤ ਆ ਜਾਂਦੀ ਹੈ। ਅਸੀਂ ਕੇਵਲ ਬੱਚੇ ਦੀ ਪ੍ਰਾਪਰਟੀ ਤਾਂ ਦੇਖ ਲਈ, ਪਰ ਬੱਚੇ ਦਾ ਕਿਰਦਾਰ ਤਾਂ ਦੇਖਿਆ ਹੀ ਨਹੀਂ, ਕਰੈਕਟਰ ਤਾਂ ਦੇਖਿਆ ਹੀ ਨਹੀਂ। ਮੁਸ਼ਕਿਲ ਆਏਗੀ। ਸੋ ਇਸ ਕਰਕੇ ਸਾਨੂੰ ਜਿਹੜੀ ਰਹਿਣੀ ਦਿੱਤੀ ਹੋਈ ਹੈ ਉਹਨੂੰ ਆਪਾਂ ਰਹਿਤ ਵਿੱਚ ਰਹੀਏ, ਤੇ ਜਿਹੜਾ ਰਹਿਤ ਵਿੱਚ ਰਹੇਗਾ ਉਹਨੂੰ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਉਹ ਮੇਰਾ ਸਿੱਖ ਹੈ। ਰਹਿਣੀ ਰਹੇ ਸੋਈ ਸਿੱਖ ਮੇਰਾ। ਸੋ ਸਤਿਗੁਰੂ ਜੀ ਕਹਿੰਦੇ ਜਿਹੜਾ ਮੇਰੀ ਰਹਿਤ ਵਿੱਚ ਰਹੇਗਾ ਉਹ ਮੇਰਾ ਸਿੱਖ ਹੋਏਗਾ। ਰਹਿਤ ਬਿਨਾਂ ਨਾ ਹੈ ਸਿੱਖ ਕਹਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੇ। ਰਹਿਤ ਤੋਂ ਬਿਨਾਂ ਅਸੀਂ ਫਿਰ ਭਟਕਦੇ ਹੀ ਫਿਰਾਂਗੇ, ਚੋਟਾਂ ਹੀ ਖਾਣਾ ਹੈ। ਤੇ ਜਿਹੜੇ ਕਰਮ ਕਾਂਡ ਉਹਨਾਂ ਤੋਂ ਵੀ ਆਪਾਂ ਪਰਹੇਜ਼ ਕਰੀਏ। ਜਿਹੜੇ ਡੇਰੇਦਾਰ ਜਿਨ੍ਹਾਂ ਨੇ ਡੇਰੇ ਬਣਾ ਲਏ, ਆਪਣੇ ਚੇਲੇ ਬਣਾ ਲਏ, ਗੱਡੀਆਂ ਬਣਾ ਲਈਆਂ, ਪ੍ਰਾਪਰਟੀਆਂ ਬਣਾ ਲਈਆਂ, ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਭਾਈ ਆਪਾਂ ਗੁਰੂ ਨਾਲ ਜੁੜੀਏ। ਉਹਨਾਂ ਨੂੰ ਵੀ ਲੋੜ ਹੈ ਕਿ ਉਹਨਾਂ ਨੇ ਵੀ ਇਸ ਸੰਸਾਰ ਤੋਂ ਪਾਰ ਹੋਣਾ ਹੈ। ਉਹ ਵੀ ਭਾਈ ਡੇਰੇਦਾਰੀਆਂ ਤੋਂ ਦੇ ਨਾਲ ਆਪਣੀ ਡੇਰੇਦਾਰੀ ਦੇ ਵਿੱਚ ਰਹਿ ਕੇ ਗੁਰੂ ਨਾਲ ਜੁੜਨ ਦਾ ਜਿਹੜਾ ਉਪਰਾਲਾ ਉਹ ਜ਼ਰੂਰ ਕਰਨ। ਜਿਹੜੇ ਕਰਦੇ ਨੇ ਉਹ ਮੁਬਾਰਕ ਹੈ। ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਸਿੰਘ ਸਾਹਿਬਾਨ ਜੀ ਦਾ। ਸੋ ਸਾਰੇ ਇੱਥੋਂ ਦੇ ਪ੍ਰਬੰਧਕਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ।